ਹੈਲੋ ਮਾਈ ਡੀਅਰ ਫਰੈਂਡਸ, ਮਾਈ ਨੇਮ ਇਜ਼ ਜਗਜੋਤ ਸਿੰਘ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਆਪਣੇ ਇਸ ਚੈਨਲ ਜਗਜੋਤ ਟਿਊਟੋਰੀਅਲ ਫਿਜ਼ਿਕਸ ਦੇ ਵਿੱਚ, ਜਿਸ ਦੇ ਵਿੱਚ ਅਸੀਂ ਪੜਾਂਗੇ ਕਿ ਫਿਜ਼ਿਕਸ ਨੂੰ ਸਮਝਣਾ ਕਿੱਦਾਂ ਹੈ, ਕਰਨਾ ਕਿੱਦਾਂ ਤੇ ਪੜ੍ਹਨਾ ਕਿੱਦਾਂ ਹੈ। ਅੱਜ ਜੋ ਆਪਣੀ ਕਲਾਸ ਹੈ ਬੇਟਾ ਉਹ ਹੈ +2 ਵਾਸਤੇ। +2 ਦੇ ਜੋ ਆਪਣਾ ਪਹਿਲਾ ਚੈਪਟਰ ਸੀ NCERT ਦਾ, ਜਿਹਦੇ ਅਸੀਂ ਇਲੈਕਟ੍ਰਿਕ ਚਾਰजेस ਐਂਡ ਫੀਲਡਸ ਉਹ ਅਸੀਂ ਕੰਪਲੀਟ ਕਰ ਚੁੱਕੇ ਹਾਂ। ਉਸ ਦੀ ਆਪਾਂ ਐਡੀਸ਼ਨਲ ਨਿਊਮੈਰੀਕਲਸ ਵੀ ਕਰ ਚੁੱਕੇ ਹਾਂ। ਜੋ ਬੱਚੇ ਸਾਡੇ ਨਾਲ ਨਵੇਂ ਜੁੜ ਰਹੇ ਨੇ, ਪਲੀਜ਼ ਉਹ ਇੱਕ ਵਾਰ ਉਹ ਆਪਣਾ ਜੋ ਚੈਪਟਰ ਪਿੱਛੇ ਹੋ ਚੁੱਕਾ ਹੈ ਉਸ ਨੂੰ ਗੋ ਥਰੂ ਕਰਕੇ ਸਾਡੇ ਨਾਲ ਜੁੜਨ। ਜੋ ਅੱਜ ਆਪਾਂ ਸਟਾਰਟ ਕਰਾਂਗੇ ਉਹ NCERT ਦਾ ਸੈਕੰਡ ਚੈਪਟਰ। ਉਸ ਦੇ ਵਿੱਚ ਸਭ ਤੋਂ ਮੇਨ ਇੰਪੋਰਟੈਂਟ ਟੌਪਿਕ ਸਟਾਰਟ ਕਿੱਥੋਂ ਹੋ ਰਿਹਾ ਉਹ ਹੈ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ। ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਕੀ ਚੀਜ਼ ਹੈ? ਦੇਖੋ, ਅਸੀਂ 10th ਕਲਾਸ ਤੋਂ ਬੇਸਿਕ ਤੋਂ ਚੀਜ਼ਾਂ ਪੜ੍ਹਦੇ ਆ ਰਹੇ ਹਾਂ। ਉਸ ਦੇ ਵਿੱਚ ਆਪਾਂ ਸਟਾਰਟਿੰਗ ਚੀਜ਼ ਪੜ੍ਹੀ ਸੀ potential difference। Potential difference means work done on a charge to move it from one point to another। ਤੇ ਚਾਰਜ ਕੀ ਹੋਣਾ ਚਾਹੀਦਾ? यूनिट पॉजिटिव चार्ज। ठीक है। सो potential difference ਦੀ ਡੈਫੀਨੇਸ਼ਨ ਸਾਡੇ ਕੋਲ ਕੀ ਸੀ, ਉੱਥੋਂ ਨਿਕਲ ਕੇ ਆਈ amount of work done to move a unit positive charge from one position to another। ਉਹੀ ਚੀਜ਼ ਨੂੰ ਕੰਟੀਨਿਊ ਕਰਨਾ ਆਪਾਂ, ਜੋ ਆਪਾਂ ਪਿਛਲੇ ਚੈਪਟਰ 'ਚ ਪੜਿਆ ਉਹ ਸੀ। ਇੱਕ ਚਾਰਜ ਹੈ ਸਾਡੇ ਕੋਲ, ਉਹ ਚਾਰਜ ਲਗਾਤਾਰ ਫੀਲਡਸ ਲਗਾ ਰਿਹਾ ਆਪਣੇ ਆਲੇ ਦੁਆਲੇ, ਫੀਲਡਸ ਪੈਦਾ ਕਰ ਰਿਹਾ, ਇਲੈਕਟ੍ਰਿਕ ਫੀਲਡ ਕਹਿੰਦੇ ਆ। ਚਾਰਜ ਹੈ, ਇਲੈਕਟ੍ਰਿਕ ਨੇਚਰ ਦਾ ਹੈ, तो ਇਹਦਾ मतलब ਉਹਦੇ ਆਲੇ ਦੁਆਲੇ ਕੀ ਹੈ? ਫੀਲਡ ਹੈ। ਚਾਰਜ ਪੋਜ਼ਿਟਿਵ ਹੈ ਤਾਂ ਫੀਲਡ ਲਗਾਤਾਰ ਬਾਹਰਲੇ ਪਾਸੇ ਨੂੰ ਜਾ ਰਹੀ ਹੈ ਉਸ ਚਾਰਜ ਤੋਂ। ਨੈਗੇਟਿਵ ਹੈ ਤਾਂ ਫੀਲਡ ਉਹਦੇ ਵਾਲੇ ਪਾਸੇ ਨੂੰ ਆ ਰਹੀ ਹੈ। ਸੋ ਜਿਹੜੀ ਫੀਲਡ ਜਿਵੇਂ ਜਿਵੇਂ ਵਰਕ ਕਰਦੀ ਪਈ ਆ, ਉਹ ਫੀਲਡ ਕੀ ਕਰਦੀ ਪਈ ਆ? ਕਿਸ ਕੋਈ ਹੋਰ ਚਾਰਜ ਉਸ ਦੇ ਸਰਾਊਂਡਿੰਗ ਵਿੱਚ ਹੋਵੇ ਤਾਂ ਉਸ ਦੇ ਉੱਪਰ ਕੀ ਲਗਾਊਗੀ? ਜਾ ਕੇ ਕੋਈ ਫੋਰਸ ਲਗਾਏਗੀ। ਇਹੋ ਹੀ ਫੀਲਡ ਹੁਣ ਡਿਪੈਂਡ ਹੈ ਕਿ ਉਹ ਵਾਲਾ ਜਿਹੜਾ ਚਾਰਜ ਹੈ ਉਹ कैसा ਹੈ। ਅਗਰ ਇਹ ਵਾਲਾ ਪੋਜ਼ਿਟਿਵ ਚਾਰਜ ਹੈ ਜੋ ਕਿ ਆਪਣੇ ਆਲੇ ਦੁਆਲੇ ਕੀ ਲਗਾ ਰਿਹਾ? ਫੀਲਡ ਲਗਾ ਰਿਹਾ ਹੈ। ਠੀਕ ਹੈ। ਤੇ ਜੇ ਮੈਂ ਕੋਈ ਹੋਰ ਚਾਰਜ ਇਹਦੇ ਨੀਅਰ ਅਬਾਊਟ ਰੱਖ ਦਵਾਂ ਜਾ ਕੇ, ਤਾਂ ਜੇ ਉਹ ਵਾਲਾ ਚਾਰਜ ਜਿਹੜਾ ਹੈ ਉਹ ਨੈਗੇਟਿਵ ਨੇਚਰ ਦਾ ਔਰ ਇਹ ਪੋਜ਼ਿਟਿਵ ਹੈ, देयरफॉर ਇਹ ਵਾਲਾ ਆਪਣੀ ਇਲੈਕਟ੍ਰਿਕ ਫੀਲਡ ਐਸੀ ਉਹਦੇ ਉੱਪਰ ਲਗਾਏਗਾ ਕਿ ਉਸ ਨੂੰ ਆਪਣੇ ਵਾਲੇ ਪਾਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰੇਗਾ। ਮੀਨਸ ਇਹ ਇਲੈਕਟ੍ਰਿਕ ਫੀਲਡ ਭੇਜੇਗਾ ਤੇ ਉਹ ਨੈਗੇਟਿਵ ਹੈ, ਉਹ ਉਸ ਨੂੰ ਫੀਲ ਕਰੇਗਾ, देयरफॉर ਇਹ ਅਟਰੈਕਟਿਵ ਨੇਚਰ ਸ਼ੋ ਹੋਏਗਾ। ਜੇ ਉਹ ਨੈਗੇਟਿਵ ਹੋਵੇ ਫਿਰ ਦੋਵੇਂ ਇੱਕ ਦੂਜੇ ਰਿਪਲਸਿਵ ਨੇਚਰ ਸ਼ੋ ਕਰਨਗੇ। ਇਹ ਚੀਜ਼ਾਂ ਬੇਸਿਕ ਸੀ ਜੋ ਆਪਾਂ ਪਿਛਲੇ ਚੈਪਟਰ 'ਚ ਕਰ ਚੁੱਕੇ ਹਾਂ। ਹੁਣ ਅਸੀਂ ਬੇਟਾ ਆ ਚੀਜ਼ ਪੜ੍ਹਨੀ ਹੈ ਜੋ ਕਿ ਆਪਾਂ ਇੱਕ ਆ ਚੀਜ਼ ਪੜ੍ਹੀ ਸੀ ਪਿਛਲੇ ਚੈਪਟਰ 'ਚ ਕਿ ਜਿਵੇਂ ਜਿਵੇਂ R ਇਨਕਰੀਜ਼ ਹੁੰਦਾ ਜਾਂਦਾ ਹੈ ਉਸ ਦੇ ਨਾਲ ਇਲੈਕਟ੍ਰਿਕ ਫੀਲਡ ਦੀ ਵੈਲਿਊ ਡਿਕਰੀਜ਼ ਹੁੰਦੀ ਜਾਂਦੀ ਹੈ, ਇਹਦੇ ਇਨਕਰੀਜ਼ ਹੋਣ ਦੇ ਨਾਲ। ਸੋ ਇਹਦਾ ਮਤਲਬ ਐਸੀ ਕਿਆ ਚੀਜ਼ ਹੈ R ਦੇ ਇਨਕਰੀਜ਼ ਹੋਣ ਦੇ ਨਾਲ ਕਿ ਇਹਦੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਜਿਹੜੀ ਉਹ ਡਿਕਰੀਜ਼ ਹੁੰਦੀ ਜਾਂਦੀ ਹੈ। ਉਹ ਚੀਜ਼ ਅਸੀਂ ਪੜ੍ਹਨੀ ਹੈ ਕਿ ਕੀ ਉਸ ਚਾਰਜ ਦਾ ਪੋਟੈਂਸ਼ੀਅਲ ਡਿਕਰੀਜ਼ ਹੁੰਦਾ ਜਾਂਦਾ? ਇਹ ਕੁਐਸਚਨ ਹੈ ਸਾਡੇ ਮਨ ਵਿੱਚ ਕਿ R ਵਧਣ ਦੇ ਨਾਲ ਕੀ ਪੋਟੈਂਸ਼ੀਅਲ ਡਿਕਰੀਜ਼ ਹੁੰਦਾ ਜਾ ਰਿਹਾ? ਤੇ ਜੇ ਪੋਟੈਂਸ਼ੀਅਲ ਡਿਕਰੀਜ਼ ਹੁੰਦਾ ਜਾ ਰਿਹਾ, देयरफॉर ਇਲੈਕਟ੍ਰਿਕ ਫੀਲਡ ਵੀ ਡਿਕਰੀਜ਼ ਹੁੰਦੀ ਜਾਣੀ ਚਾਹੀਦੀ। ਸੋ ਇਹ ਕੁਝ ਕੁਐਸਚਨਸ ਨੇ ਬੇਟਾ ਜਿਹੜੇ ਆਪਾਂ ਪੜ੍ਹਨੇ ਆ, ਔਰ ਉਸ ਨੂੰ ਸਮਝਣ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਥੋੜਾ ਬੇਸਿਕ ਹੈ ਜੋ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦਾ ਹੈ, ਜੋ ਆਪਾਂ ਅੱਜ ਪੜਾਂਗੇ। ਠੀਕ ਹੈ। ਬੋਰਡ ਦੇ ਉੱਪਰ ਧਿਆਨ ਦਿਓ, A to Z ਸਭ ਚੀਜ਼ਾਂ ਅੱਛੇ ਤਰੀਕੇ ਨਾਲ ਲਿਖੀਆਂ ਹੋਈਆਂ ਤਾਂ ਕਿ ਤੁਹਾਨੂੰ ਹਰ ਇੱਕ ਪੁਆਇੰਟ ਨੂੰ ਉਤਾਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ। ਕੀ ਹੈ ਇਹਦੇ ਵਿੱਚ? पोटेंशियल मींस एक पोटेंशियल का मतलब यही होता ना बेटा कि एक प्लेट पॉजिटिव है, एक प्लेट नेगेटिव है। इस दे विच पोटेंशियल थोड़ा ज्यादा है एज कंपेयर टू ए नेगेटिव प्लेट दे। उच्च पोटेंशियल ज्यादा मींस वर्क करने की क्षमता उच्च ज्यादा है, मींस उहदे विच कोई एक्स्ट्रा चीज ज्यादा है। किस दी गल करदे पए? चार्ज, देयरफॉर चार्ज ज्यादा है। समझे? सो पोटेंशियल की है? चार्ज ऑन अ बॉडी, किसी बॉडी के ऊपर चार्ज। और क्या है? पोटेंशियल मूव किवें करता है? मींस जो चार्ज है फ्लो किवें करता है? फ्रॉम हायर पोटेंशियल टू लोअर पोटेंशियल वाले पासे नूं, बड़ी प्लेट तो छोटी प्लेट वाले पासे नूं। पोटेंशियल एवें मूव करता है, ये भी मूव करता है हायर टू लोअर पोटेंशियल वाले पासे नूं। हायर तो चार्ज लगातार, चार्ज मींस करंट, लगातार इधरों पॉजिटिव चार्ज जाई जा रहा है, जांदा जा रहा है, जांदा जा रहा है, जांदा जा रहा है। देयरफॉर एदी वैल्यू भी एदे बराबर हो जाएगी। दोवें प्लेटां बराबर हो गईयां। प्लेट्स दा बराबर मींस होना ये निगा कि उस दी जो फिजिकली वो प्रेजेंट है वो छोटी हो जाती नहीं, मतलब ਉਹਦਾ पोटेंशियल बराबर हो जाता दोवां प्लेट्स ਦਾ।
बड़े वाले का पोटेंशियल ज्यादा सी, ਉਹਦੀ वैल्यू घटती जाती देयरफॉर दोनों का पोटेंशियल सेम हो जाता। तो जो पोटेंशियल सेम हो जाए मैं दोनों प्लेट्स बराबर हो गई, ये सिर्फ समझाने वास्ते है बेटा कि दोनों का पोटेंशियल इको जिना हो गया, देयरफॉर पोटेंशियल उन्होंने ऊपर कोई नहीं है, चार्ज फ्लो रुक जाएगा। ये बेसिक है सिंपल पोटेंशियल का की मतलब है। पोटेंशियल मींस चार्ज ऑन अ बॉडी मूव्स फ्रॉम हायर टू लोअर पार्ट, ओके, एंड व्हेन both the plates are having a same potential therefore no charge flows from one plate to another। समझिए बात, मतलब बैटरी की हो चुकी है, चार्ज करने की लोड़ है बैटरी ਨੂੰ, डिफ्यूज हो चुकी है पूरी, चार्ज करो इसਨੂੰ तो फिर की होगा, बड़ी प्लेट के ऊपर जो पॉजिटिव प्लेट है उसके ऊपर की आ जाएगी, स्ट्रेंथ फिर आ जाएगी, वो चार्ज हो गई है, फिर वर्किंग करनी शुरू कर दूंगी। दैट्स इट। नेक्स्ट साडे कोल बेटा की है इलेक्ट्रोस्टैटिक पोटेंशियल एनर्जी। ਇਹਦੇ ਲਈ ਕਿੱਥੋਂ ਪੜਿਆ ਆਪਾਂ? ਇਹਦੇ ਲਈ ਬੇਟਾ ਆਪਣੇ ਕੋਲ ਚੀਜ਼ ਇਹ ਹੈ, ਅਸੀਂ ਪੜਿਆ ਪੋਟੈਂਸ਼ੀਅਲ ਵਰਕ ਡਨ ਔਨ ਅ ਯੂਨਿਟ ਪੋਜ਼ਿਟਿਵ ਚਾਰਜ ਟੂ ਮੂਵ ਇਟ ਫਰਮ ਵਨ ਪੋਜੀਸ਼ਨ ਟੂ ਅਨਦਰ। ਤਾਂ ਇਸ ਨੂੰ ਪੜ ਲਿਆ ਤੇ ਇਹਦੇ ਵਿੱਚ ਕਿਹੜੀ ਚੀਜ਼ ਆ ਗਈ ਜੀ? ਆ ਵਰਕ ਡਨ ਆ ਗਿਆ, ਵਰਕ ਡਨ ਆ ਗਿਆ, ਇਹਦਾ ਮਤਲਬ ਸਾਨੂੰ ਕੰਮ ਕਰਨਾ ਪੈ ਰਿਹਾ। ਸੋ ਜੋ ਕੰਮ ਕਰਨਾ ਪੈ ਰਿਹਾ ਹੈ ਇਲੈਕਟ੍ਰੋਸਟੈਟਿਕ पोटेंशियल एनर्जी जो काम किया है वो स्टोर हो जाऊगा किहदी फॉर्म दे विच? पोटेंशियल एनर्जी दी फॉर्म दे विच। किवें? क्वेश्चन है किवें स्टोर होएगा, वो पढ़ते हैं आपां कि किवें असीं इन्नी गल कहंदे आ कि कोई काम जां कोई भी वर्क डन जो कि साडे वल्लों किया गया, ठीक है, ध्यान नाल असीं सुननी है, कोई वर्क जिहड़ा कि साडे वल्लों किया गया तां कि मैं किसी चार्ज नूं एक जगह तो दूसरी जगह के ऊपर मूव करवा सकां बाय अस, एक पोजीशन तो दूजी जगह के ऊपर मूव करवा सका, ते वो वर्क किधर नूं होवे? जेड़े पासे नूं वो चार्ज ईजीली जाना चाहुंदा है उस तो ओपोजिट वाले पासे नूं, ताकि ਉਹਦੇ ਵਿੱਚ ਕੀ स्टोर हो सके? थोड़ा पोटेंशियल। इतना ही पोटेंशियल आएगा ना। देखो अगर पानी का बहाव है उपरों नीचे वाले पासे नूं, ठीक है, तो मैं अगर किसी चीज दे विच पोटेंशियल जनरेट कराना मीनस मैं कहना, मेरे कहने का मतलब यह है कि मैं किसी बॉडी दे विच कह रहा कुछ पोटेंशियल इन्ना भर जाए आ जाए, किद्दां होगा? मैं अगर मैं कोई अपने को बकट लै रहा वा, उस बकट च पानी भरिया हुआ है, ठीक है, उस बकट नूं जिधर वाले पासे नूं पानी का ढलान जा रही है, पानी ढलान इस नीचे वाले पासे नूं जा रही है, तो जे मैं बकट नूं भी बेटा उस ही पासे नूं जाण देवां, ठीक है, इत्थे बकट सी, इत्थे हाइट है, इत्थों पानी आ रहा है, इत्थे बकट है, इस बकट में जो पानी नाल फिल्ड है, अगर मैं इस नूं इधरले पासे नूं ही खड़ा तो जिथे लेके जावांगा उत्थे पोटेंशियल की होएगा? घट होएगा एज कंपेयर टू इत्थे, क्योंकि इत्थे ज्यादा होएगा, क्योंकि वर्क डन मैं किहड़े पासे नूं कर रहा, जिहड़े पासे नूं ये काम करवाना चाह रहा सी, जिहड़े पासे नूं पानी का फ्लो जाना चाह रहा सी। देयरफॉर अगर मैं किसी चीज दे विच पोटेंशियल जनरेट कराउणा है ताकि मेरा काम, मैं ऐसा काम करा जिहदे नाल कि की होवे, किसी चीज दे अंदर पोटेंशियल जनरेट हो जाए, देयरफॉर मैनूं की करना पैना है? इस वाले पासे नूं नहीं, इस बॉडी को इत्थों उठा के ऊपर नूं खड़ो, इत्थों उठा के ऊपर नूं खड़ो, ताकि ਉਹਦੇ ਵਿੱਚ ਕੀ ਹੋਵੇ, ਜਿਹੜੇ ਵਾਲੇ ਪਾਸੇ ਤੋਂ ਹਾਈਟ ਜ਼ਿਆਦਾ ਹੈ, ਮੀਨਸ ਆਪਾਂ ਪੋਟੈਂਸ਼ੀਅਲ ਪੜ੍ਹਦੇ ਨਾ ਬੇਟਾ, ਐਮਜੀਐਚ ਪੜ੍ਹਦੇ ਸੀ ਕਿ ਜਿਹੜੇ ਪਾਸੇ ਨੂੰ ਹਾਈਟ ਜ਼ਿਆਦਾ ਹੋਵੇ, ਕਿਉਂਕਿ ਹਾਈਟ ਇਨਕਰੀਜ਼, ਹਾਈਟ ਡਿਕਰੀਜ਼ ਸੀ, ਹਾਈਟ ਇਨਕਰੀਜ਼ ਕਰ ਦਾਂਗੇ ਤਾਂ ਪੋਟੈਂਸ਼ੀਅਲ ਕੀ ਹੋ ਗਿਆ? ਉਹਦਾ ਇਨਕਰੀਜ਼ ਹੋ ਗਿਆ। ਪੋਟੈਂਸ਼ੀਅਲ ਦਾ ਮਤਲਬ ਪੋਟੈਂਸ਼ੀਅਲ ਸਟੋਰਡ ਹੋਗਾ ਉਹਦੇ ਫਾਰਮ ਦੇ ਵਿੱਚ, ਉਹਦੇ ਵਿੱਚ। ਸੋ ਬੇਟਾ ਉਹ ਚੀਜ਼ ਹੈ, ਉਸ ਪੋਟੈਂਸ਼ੀਅਲ ਨੂੰ ਮਾੜਾ ਦਿਮਾਗ ਵਿੱਚ ਰੱਖੋ और इस टॉपिक ਨੂੰ पढ़ो। कहने का मतलब की है, एक पॉजिटिव चार्ज है ਜਿਹੜਾ कि किसी इलैक्ट्रिक फील्ड के मोशन के विच मूव करता है। किद्दां मूव करता? देखो अग पॉजिटिव चार्ज है, ये सोर्स चार्ज है, ये इलैक्ट्रिक फील्ड लगा रहा अपने तो बाहरले पासे नूं, इत्थे एक पॉजिटिव चार्ज पिया होया होर जो कि की है प्लस क्यू, ये टेस्ट चार्ज है। अगर मैं इस जगह तो मूव करवा के बेटा जी इस वाले पासे नूं खड़ा ताकि ये पोटेंशियल इनक्रीज होएगा कि डिक्रीज होएगा? पॉजिटिव है, पॉजिटिव है। फिर सुनो, पॉजिटिव चार्ज है, ए पॉइंट के ऊपर पिया होया एक होर पॉजिटिव चार्ज, अगर हुण दोवां दे विच दोवें पॉजिटिव पॉजिटिव देयरफॉर रिपल्सिव नेचर शो हो रहा है। अगर मैं इस वाले चार्ज नूं बेटा इत्थों इधर नूं लै जा तो सानू इन्नी गल दा पता ऑटोमैटिकली कि ਉਹਦੇ ਵਿੱਚ पोटेंशियल ਜਿਹੜਾ ਹੈ ਉਹ जनरेट इनक्रीज नहीं होएगा, डिक्रीज होएगा, क्योंकि उधर ਨੂੰ ਇਹ ਜਾ ਰਿਹਾ ਜਿਹੜੇ ਵਾਲੇ ਪਾਸੇ ਨੂੰ ਇਹ ਭੇਜਣਾ ਚਾਹ ਰਿਹਾ ਹੈ।
मेरा काम किते दा कोई मतलब नहीं होया, क्योंकि वर्क डन कौन कर रहा है? खुद इटसेल्फ ये अपने चार्ज करता पाया जिन्हें इलैक्ट्रिक फील्ड पैदा की है। सो देयरफॉर मैं अगर किसी के अंदर पोटेंशियल ਨੂੰ जनरेट करवाना है, देयरफॉर मैनू की करना पैना है? उस दी इलैक्ट्रिक फील्ड के अगेंस्ट जा काम करना पैना है ਤਾਂ ਕਿ ਉਹਦੇ ਵਿੱਚ पोटेंशियल जनरेट ਹੋਵੇ, ਤਾਂ ਕਿ ਜਦੋਂ ਮੈਂ ਉਸ ਨੂੰ ਉਸ ਪੋਜੀਸ਼ਨ ਤੋਂ ਲੀਵ ਕਰਾਂ ਤਾਂ ਉਹ ਆਟੋਮੈਟਿਕਲੀ ਉਸ ਦੀ ਇਲੈਕਟ੍ਰਿਕ ਫੀਲਡ ਦੇ ਉਸ ਦੀ ਇਲੈਕਟ੍ਰਿਕ ਫੀਲਡ ਕਰਕੇ ਮੂਵ ਕਰਕੇ ਮੇਰੇ ਜਿਹੜੇ ਵਾਲੇ ਪਾਸੇ ਮੈਂ ਕੰਮ ਕੀਤਾ ਉਸ ਤੋਂ ਆਪੋਜ਼ਿਟ ਵਾਲੇ ਪਾਸੇ ਨੂੰ ਆ ਸਕੇ। ਸਮਝੋ, ਅਗਰ ਇਸ ਜਗ੍ਹਾ ਦੇ ਉੱਪਰ ਹੈ, ਇਸ ਨੂੰ ਮੈਂ ਇੱਥੋਂ ਉਠਾ ਕੇ ਇੱਧਰ ਇਸ ਪੁਆਇੰਟ B ਤੇ ਲੈ ਕੇ ਆਉਣਾ ਹੋਵੇ ਤਾਂ ਇਹ ਮੈਨੂੰ ਪਤਾ ਪੋਜ਼ਿਟਿਵ ਹੈ, ਇਲੈਕਟ੍ਰਿਕ ਫੀਲਡ ਇੱਧਰ ਲਗਾਉਣਾ ਹੋਏਗਾ ਬਾਹਰਲੇ ਪਾਸੇ ਨੂੰ। मैं इस इथों उठा के इधर ਨੂੰ ਲੈ ਕੇ ਆਵਾਂ, देयरफॉर मैं इस पॉजिटिव चार्ज ਨੂੰ इस पोजीशन ਤੋਂ इधर ਨੂੰ ਲੈ ਕੇ ਆ ਰਿਹਾ ਤਾਂ मैं उस वाले पासे ਨੂੰ ਲੈ ਕੇ आ ਰਿਹਾ ਜਿਹੜੇ वाले पासे ਨੂੰ ਇਹ ਜਾਣਾ नहीं ਚਾਹੁੰਦਾ, क्योंकि रिपल्सिव नेचर हो रहा है। ठीक है ना? सो देयरफॉर जो मैं काम करदा पिया वा ਉਹ ਕੀ ਹੋ ਜਾਊਗਾ? ਇਸ ਚਾਰਜ ਦੇ ਵਿੱਚ ਸਟੋਰ ਹੋ ਜਾਊਗਾ। ਇਹਦਾ ਮਤਲਬ ਇੰਨੀ ਜਿੰਨਾ ਮੈਂ ਕੰਮ ਕੀਤਾ ਇੰਨੀ पोटेंशियल एनर्जी लग गई, ਇੰਨੀ पोटेंशियल एनर्जी स्टोर हो गई ਉਹਦੇ ਚ। ਤੇ ਜਦੋਂ ਮੈਂ ਉਸ ਨੂੰ ਲੀਵ ਕਰਾਂ, ਉਸ ਨੂੰ ਛੱਡਾਂ ਤਾਂ ਫਿਰ ਕੀ ਹੋਏਗਾ? ਇਹ ਚਾਰਜ ਚਲਾ ਗਿਆ ਫਿਰ ਦੂਰ ਨੂੰ। ਗੱਲ ਸਮਝ ਲੱਗੀ? ਪੜੋ ਗ੍ਰੈਵਿਟੇਸ਼ਨਲ ਫੀਲਡ ਵਾਲੇ ਕੇਸ 'ਚ ਇੱਕ ਅਰਥ ਆ ਆਪਣੇ ਵਾਲੇ ਪਾਸੇ ਨੂੰ, ਹਰ ਇੱਕ ਚੀਜ਼ ਨੂੰ ਇਸ ਨੂੰ ਆਪਣੇ ਵਾਲੇ ਪਾਸੇ ਨੂੰ ਖਿੱਚਦੀ ਹੈ। ਠੀਕ ਹੈ, ਆਪਣੇ ਵਾਲੇ ਪਾਸੇ ਨੂੰ ਅਟਰੈਕਟ ਕਰਦੀ ਹੈ। ਜਿਵੇਂ ਜਿਵੇਂ ਮੈਂ ਇਸ ਨੂੰ ਦੂਰ ਲੈਂਦਾ ਜਾਵਾਂਗਾ ਤਾਂ ਕੀ ਹੁੰਦਾ ਰਹਿੰਦਾ ਆ? ਹਾਈਟ ਇਨਕਰੀਜ਼ਡ, mgh equals to potential energy। ਜਿਵੇਂ ਜਿਵੇਂ ਮੈਂ ਇਸ ਨੂੰ ਦੂਰ ਲੈ ਕੇ ਜਾਂਦਾ ਜਾਵਾਂਗਾ ਤਾਂ ਕੀ ਹੋਏਗਾ? ਪੋਟੈਂਸ਼ੀਅਲ એનર્ਜੀ ਕੀ ਹੈ? ਇਨਕਰੀਜ਼ਡ ਹੁੰਦੀ ਜਾਂਦੀ ਹੈ। ਇਨਕਰੀਜ਼ ਹੁੰਦੀ ਜਾਏਗੀ ਕਿਉਂਕਿ h ਵੱਧਦਾ ਜਾ ਰਿਹਾ, ਇਨਕਰੀਜ਼ ਹੁੰਦੀ ਜਾ ਰਹੀ ਹੈ। ਠੀਕ ਹੈ, ਅਗਰ ਮੈਂ ਇਸ ਨੂੰ ਬਹੁਤ ਦੂਰ ਲੈ ਜਾਵਾਂ, ਇਨਫਿਨਿਟੀ ਤੇ ਲੈ ਜਾਵਾਂ ਤਾਂ ਉੱਥੇ ਜਾ ਕੇ ਕੀ ਹੋਊਗਾ ਬੇਟਾ ਜੀ? ਪੋਟੈਂਸ਼ੀਅਲ એનર્ਜੀ ਜ਼ੀਰੋ ਹੋ ਜਾਊਗੀ ਨਾ, ਕਿਉਂਕਿ ਉੱਥੇ ਕੀ ਹੈ? ਉਹ ਆਪਣੇ ਵਾਲੇ ਪਾਸੇ ਨੂੰ ਖਿੱਚ ਨਹੀਂ ਪਾਏਗਾ, ਉਸ ਨੂੰ ਨਹੀਂ ਖਿੱਚੇਗਾ ਨਾ। ਜੋ ਅਰਥ ਹੈ ਉਸ ਨੂੰ ਆਪਣੇ ਵਾਲੇ ਪਾਸੇ ਨੂੰ ਅਟਰੈਕਟ ਨਹੀਂ ਕਰਵਾਵੇਗੀ, ਕਿਉਂਕਿ ਉੱਥੇ ਕੀ ਹੈ? ਇਨਫਿਨਿਟੀ ਦੇ ਉੱਪਰ ਜਾ ਕੇ ਕੀ ਹੋ ਗਿਆ? ਪੋਟੈਂਸ਼ੀਅਲ ਜ਼ੀਰੋ ਹੋ ਗਿਆ ਨਾ, ਕਿਉਂਕਿ ਬਹੁਤ ਦੂਰ ਚਲਾ ਗਿਆ। h ਹੱਦੋਂ ਵੱਧ ਗਿਆ, h ਬਹੁਤ ਜ਼ਿਆਦਾ ਹੋ ਗਿਆ। h ਬਹੁਤ ਜ਼ਿਆਦਾ ਮੀਨਸ ਹੁਣ ਉਸ ਦਾ ਹੁਣ ਅਰਥ ਹੈ ਸਾਡੇ ਕੋਲ, ਅਰਥ ਦਾ ਕੀ ਹੋਊਗਾ? ਆਲੇ ਦੁਆਲੇ ਗ੍ਰੈਵਿਟੇਸ਼ਨਲ ਫੀਲਡ ਹੁੰਦੀ ਹੈ, ਅਰਥ ਦੀ ਹੁੰਦੀ ਹੈ। ਅਗਰ ਉਸ ਤੋਂ ਵੀ ਜ਼ਿਆਦਾ ਦੂਰ ਚਲਾ ਗਿਆ h ਇਨਫਿਨਿਟੀ ਤੇ ਚਲਾ ਗਿਆ ਤਾਂ ਸਾਨੂੰ ਇੰਨੀ ਗੱਲ ਦਾ ਪਤਾ ਪੋਟੈਂਸ਼ੀਅਲ એનર્ਜੀ ਕੀ ਹੋਣੀ ਚਾਹੀਦੀ ਹੈ? ਇਨਫਿਨਿਟੀ ਹੋ ਜਾਣੀ ਚਾਹੀਦੀ ਉਦੋਂ, ਕਿਉਂਕਿ mgh ਕੀ ਹੋ ਜਾਊਗਾ? h ਹੋ ਜਾਊਗਾ ਇਨਫਿਨਿਟੀ, देयरफॉर ਪੋਟੈਂਸ਼ੀਅਲ एनर्जी ਵੀ ਕੀ ਹੋ ਜਾਊਗੀ? ਬਹੁਤ ਜ਼ਿਆਦਾ। ਬਟ ਜੇ ਉਹ ਗ੍ਰੈਵਿਟੇਸ਼ਨ ਫੀਲਡ ਤੋਂ ਬਾਹਰ ਹੀ ਚਲੇਗੀ ਤਾਂ ਉਹ ਅਰਥ ਆਪਣੇ ਵਾਲੇ ਪਾਸੇ ਨੂੰ ਖਿੱਚ ਹੀ ਨਹੀਂ ਪਾਏਗੀ, ਕਿਉਂਕਿ ਅਰਥ ਦਾ ਵੀ ਅਟਰੈਕਟਿਵ ਨੇਚਰ ਜਾਂ ਗ੍ਰੈਵਿਟੀ ਜਿਹੜਾ ਉਹ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਨਾਲ ਕਿਸੇ ਚੀਜ਼ ਨੂੰ ਆਪਣੇ ਵਾਲੇ ਪਾਸੇ ਨੂੰ ਖਿੱਚਦੀ ਹੈ, ਉਹ ਵੀ ਗ੍ਰੈਵਿਟੇਸ਼ਨਲ ਫੀਲਡ ਦਾ ਕੀ ਤਾਂ ਹੈ? ਸਪੇਸ ਤੱਕ ਥੋੜੀ ਹੈ। ਸੋ ਇੱਥੇ ਤਾਂ ਹੈ ਨੈਗੇਟਿਵ ਵਾਲਾ ਕੇਸ, ਕਿਉਂਕਿ ਅਰਥ ਜਿਹੜਾ ਆਪਣੇ ਵਾਲੇ ਪਾਸੇ ਨੂੰ ਖਿੱਚਦੀ ਪਈ ਹੈ। ਇੱਥੇ ਕੀ ਹੈ? ਇੱਥੇ ਉਹ ਦੂਰ ਨੂੰ ਭੇਜ ਰਿਹਾ। ਇਹਦਾ ਮਤਲਬ ਜਦੋਂ ਕੋਈ ਬੋਡੀ ਜਿਹੜੀ ਆ ਬਹੁਤ ਦੂਰ ਆ, ਬਹੁਤ ਇਨਫਿਨਿਟੀ ਦੇ ਉੱਪਰ ਹੈ, ਇਨਫਿਨਿਟੀ ਦੇ ਉੱਪਰ ਹੈ, ਤਾਂ ਕੀ ਹੋ ਰਿਹਾ? ਉਹ ਬੋਡੀ ਆਹ ਵਾਲਾ ਜਿਹੜਾ ਆਪਣੇ ਕੋਲ ਸੋਰਸ ਚਾਰਜ ਆ ਪੋਜ਼ਿਟਿਵ ਨੇਚਰ ਦਾ ਹੈ, ਇਹ ਕੀ ਲੱਗਦੀ? ਪੋਟੈਂਸ਼ੀਅਲ એનર્ਜੀ ਦੂਰ ਨੂੰ ਲਗਾ ਰਿਹਾ ਹੈ, ਕਿਉਂਕਿ ਪੋਜ਼ਿਟਿਵ ਹੈ, ਉਹ ਵੀ ਪੋਜ਼ਿਟਿਵ ਹੈ। ਉਹ ਕਿੱਥੇ ਪਿਆ? ਇਨਫਿਨਿਟੀ ਦੇ ਉੱਪਰ ਪਿਆ ਹੈ। देयरफॉर बहुत ਜ਼ਿਆਦਾ ਡਿਸਟੈਂਸ ਆ ਦੋਵਾਂ ਦੇ ਵਿੱਚ, ਤੇ ਇਹਦਾ ਮਤਲਬ ਉਸ ਦੇ ਉੱਪਰ ਇਹਦੇ ਕਰਕੇ ਕੋਈ ਫਰਕ ਨਹੀਂ ਪੈਂਦਾ ਹੋਊਗਾ, ਨਹੀਂ ਪੈਂਦਾ ਹੋਏਗਾ ਨਾ। ਬਟ ਜਦੋਂ ਮੈਂ ਉਸ ਨੂੰ ਲਾਗੇ ਲਾਗੇ ਲਿਆਉਣ ਦੀ ਕੋਸ਼ਿਸ਼ ਕਰਾਂਗਾ ਤਾਂ ਇਹ ਕੀ ਕਰੇਗਾ? ਉਸ ਨੂੰ ਦੂਰ ਭੇਜਣ ਦੀ ਕੋਸ਼ਿਸ਼ ਕਰੇਗਾ। ਇਹਦਾ ਮਤਲਬ ਜਿਵੇਂ ਜਿਵੇਂ ਮੈਂ ਲਾਗੇ ਲੈ ਕੇ ਆਉਂਦਾ ਜਾ ਰਿਹਾ ਹਾਂ, ਉਹਦੇ ਵਿੱਚ ਕੀ ਜਨਰੇਟ ਹੁੰਦਾ ਜਾ ਰਿਹਾ ਹੈ? ਪੋਟੈਂਸ਼ੀਅਲ ਜਨਰੇਟ ਹੁੰਦਾ ਜਾ ਰਿਹਾ ਹੈ। ਠੀਕ ਹੈ, ਪੋਟੈਂਸ਼ੀਅਲ ਕੀ ਹੁੰਦਾ ਜਾ ਰਿਹਾ? ਜਨਰੇਟ ਹੁੰਦਾ ਜਾ ਰਿਹਾ ਹੈ। ਇਹ ਚੀਜ਼ ਨੂੰ ਧਿਆਨ ਨਾਲ ਸੁਣਨਾ। ਔਰ ਜੇ ਆਪਾਂ ਅਰਥ ਦੇ ਨਾਲ ਇਸ ਨੂੰ ਕੰਪੇਅਰ ਕਰਦੇ ਪਏ ਆ, ਅਰਥ ਬੇਟਾ ਕੀ ਸੀ? ਉਹ ਅਰਥ ਆਪਣੇ ਵਾਲੇ ਪਾਸੇ ਨੂੰ ਖਿੱਚਦੀ ਏ, ਇਹ ਦੂਰ ਵਾਲੇ ਪਾਸੇ ਦਾ। ਇਸ ਚੀਜ਼ ਨੂੰ ਧਿਆਨ ਨਾਲ ਐਗਜ਼ਾਮਪਲ ਨੂੰ ਰੱਖਣਾ ਯਾਦ। ਠੀਕ ਹੈ, ਅਰਥ ਆਪਣੇ ਵਾਲੇ ਪਾਸੇ ਹਰੇਕ ਨੂੰ ਖਿੱਚਦੀ ਏ, ਸੋ h ਉਹਦਾ ਇਹ ਰਹਿਣਾ ਆ। ਬਟ ਜਦੋਂ ਗ੍ਰੈਵਿਟੇਸ਼ਨਲ ਫੀਲਡ ਕ੍ਰਾਸ ਹੋ ਜਾਂਦੀ ਹੈ, देयरफॉर ਉੱਥੇ mgh h ਦੀ ਵੈਲਿਊ ਬਹੁਤ ਜ਼ਿਆਦਾ ਇਨਫਿਨਿਟੀ ਹੋ ਜਾਂਦੀ ਏ, ਸੋ ਪੋਟੈਂਸ਼ੀਅਲ એનર્ਜੀ ਵੀ ਇਨਫਿਨਿਟੀ ਹੋ ਜਾਣੀ ਚਾਹੀਦੀ ਏ। ਬਟ ਜਦੋਂ ਗ੍ਰੈਵਿਟੇਸ਼ਨਲ ਫੀਲਡ ਹੀ ਕ੍ਰਾਸ ਕਰ ਗਈ ਤਾਂ ਉਹ ਆਪਣੇ ਵਾਲੇ ਪਾਸੇ ਨੂੰ ਬੋਡੀ ਖਿੱਚ ਹੀ ਨਹੀਂ ਪਾਏਗੀ। ਅਰਥ ਆਪਣੇ ਵਾਲੇ ਪਾਸੇ ਨੂੰ ਬੋਡੀ ਨੂੰ ਖਿੱਚ ਹੀ ਨਹੀਂ ਪਾਏਗੀ। ਸੋ ਉਸ ਚੀਜ਼ ਨੂੰ ਔਰ ਇਸ ਚੀਜ਼ ਨੂੰ ਦੋਵਾਂ ਨੂੰ ਵੱਖ-ਵੱਖ ਨਜ਼ਰੀਏ ਨਾਲ ਸੋਚ ਕੇ ਦੇਖੋ। ਅਰਥ ਆਪਣੇ ਵਾਲੇ ਪਾਸੇ ਨੂੰ ਅਟਰੈਕਟਿਵ ਨੇਚਰ ਸ਼ੋ ਕਰਦੀ ਵੀ, ਔਰ ਇਹ ਕੀ ਹੈ? ਰਿਪਲਸਿਵ ਨੇਚਰ ਸ਼ੋ ਕਰਦਾ ਪਿਆ। ਜਦੋਂ ਇਹ ਕਿੱਥੇ ਹੋਊਗੀ? ਬੋਡੀ ਇਨਫਿਨਿਟੀ ਦੇ ਉੱਪਰ ਹੈ। ਇਨਫਿਨਿਟੀ ਮੀਨਸ ਬਹੁਤ ਦੂਰ ਤੇ ਹੈ। ਜਦੋਂ ਮੈਂ ਦੂਰ ਤੋਂ ਕਿਸੇ ਬੋਡੀ ਨੂੰ ਲਾਗੇ ਲੈ ਕੇ ਆਵਾਂਗਾ ਤਾਂ ਕੀ ਹੋਏਗਾ? ਇਹ ਚਾਹੁੰਦਾ ਹੈ ਕਿ ਦੂਰ ਹੀ ਰਵੇ, ਬਟ ਉਸ ਨੂੰ ਮੈਂ ਲਾਗੇ ਲੈ ਕੇ ਆਉਂਦਾ ਜਾ ਰਿਹਾ ਹਾਂ ਤਾਂ ਲਾਗੇ ਆਉਣ ਦੇ ਨਾਲ ਕੀ ਹੋਊਗਾ? ਇਹ ਉਸ ਦੇ ਉੱਪਰ ਫੋਰਸ ਲਗਾਏਗਾ ਕਿ ਭਾਈ ਸਾਹਿਬ ਦੂਰ ਜਾਓ, ਦੂਰ ਜਾਓ। ਠੀਕ ਹੈ,
ਜਦੋਂ ਆਪਾਂ ਦੂਰ ਲੈ ਕੇ ਜਾ, ਇਹਦਾ ਮਤਲਬ ਆਪਾਂ ਨੂੰ ਦੂਰ ਭੇਜਦੇ ਪਏ ਆ। ਇਹ ਕਹਿ ਰਿਹਾ ਕਿ ਦੂਰ ਜਾਵੇ, ਪਰ ਆਪਾਂ ਕੀ ਕਰਦੇ ਪਏ, ਉਸ ਨੂੰ ਲਾਗੇ ਲੈ ਕੇ ਆ ਰਹੇ ਆ, ਉਸ ਬੋਡੀ ਨੂੰ, ਉਸ ਚਾਰਜ ਨੂੰ ਇਨਫਿਨਿਟੀ ਤੋਂ। ਤਾਂ ਕੀ ਹੋਊਗਾ, ਇਹ ਉਸ ਦੇ ਕੰਮ ਦੇ ਆਪਾਂ ਅਗੇਂਸਟ ਕੰਮ ਕਰਦੇ ਪਏ ਆ। ਠੀਕ ਹੈ, ਜਿਵੇਂ ਅਰਥ ਵਾਲੇ ਕੇਸ 'ਚ ਵੀ ਜਿਹੜੇ ਵਾਲੇ ਪਾਸੇ ਨੂੰ ਅਰਥ ਖਿੱਚਣਾ ਚਾਹੁੰਦੀ ਹੈ ਆਪਣੇ ਵਾਲੇ ਪਾਸੇ ਨੂੰ, ਅਸੀਂ ਉਸ ਤੋਂ ਦੂਰ ਲੈ ਕੇ ਜਾ ਰਹੇ ਸੀ। ਇਹਦਾ ਮਤਲਬ ਉਹਦੇ ਵਿੱਚ ਕੀ ਜਨਰੇਟ ਕਰਾਉਂਦੇ ਜਾ ਰਹੇ ਆ, ਪੋਟੈਂਸ਼ੀਅਲ। ਠੀਕ ਹੈ ਨਾ। ਤੇ ਜਦੋਂ ਅਰਥ ਉਹ ਬੋਡੀ ਪੂਰੀ ਅਰਥ ਦੇ ਉੱਪਰ ਹੋ ਗਿਆ h0, ਤੇ ਇਹਦਾ ਮਤਲਬ ਉੱਥੇ ਪੋਟੈਂਸ਼ੀਅਲ 0। ਦੇਅਰਫੋਰ ਮੈਂ ਜਿਵੇਂ ਦੂਰ ਖੜਾਂਗਾ ਤੇ ਪੋਟੈਂਸ਼ੀਅਲ ਇਨਕਰੀਜ਼ ਹੁੰਦਾ ਜਾ ਰਿਹਾ। ਹਾਂ, ਪੋਟੈਂਸ਼ੀਅਲ ਗ੍ਰੈਵਿਟੇਸ਼ਨਲ ਫੀਲਡ ਨਹੀਂ ਕ੍ਰਾਸ ਕਰਨਾ ਚਾਹੀਦੀ, ਹਾਈਟ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ, ਉਸ ਦੇ ਅੰਦਰ ਰਹੇਗੀ। ਦੇਅਰਫੋਰ ਜਿੰਨੀ ਮੈਂ ਦੂਰ ਲੈ ਕੇ ਜਾਂਦਾ ਜਾਵਾਂਗਾ, ਅਰਥ ਆਪਣੇ ਵਾਲੇ ਪਾਸੇ ਨੂੰ ਬੋਡੀ ਨੂੰ ਖਿੱਚੇਗੀ, ਤੇ ਇਹਦਾ ਮਤਲਬ ਉਹਦੇ ਵਿੱਚ ਪੋਟੈਂਸ਼ੀਅਲ એનર્ਜੀ ਜਿਹੜੀ ਉਹ ਇਨਕਰੀਜ਼ ਹੁੰਦੀ ਜਾਏਗੀ ਐਜ਼ h ਇਨਕਰੀਜ਼ ਹੁੰਦਾ ਜਾ ਰਿਹਾ ਹੈ। ਓਕੇ, ਤੇ ਇੱਥੇ ਕੀ ਆ, ਇੱਥੇ ਪੋਜ਼ਿਟਿਵ ਹੈ, ਇਹ ਉਸ ਨੂੰ ਦੂਰ ਭੇਜਣ ਦੀ ਕੋਸ਼ਿਸ਼ ਕਰ ਰਿਹਾ, ਬਟ ਮੈਂ ਉਸ ਨੂੰ ਲਾਗੇ ਲੈ ਕੇ ਆ ਰਿਹਾ ਤਾਂ ਕਿ ਮੈਂ ਉਸ ਦੇ ਜਿਹੜੇ ਪਾਸੇ ਮੈਂ ਕੰਮ ਕਰਨਾ ਚਾਹ ਰਿਹਾ ਹੈ, ਜੋ ਕੰਮ ਕਰਾ ਰਿਹਾ ਹੈ, ਉਸ ਦੇ ਮੈਂ ਅਗੇਂਸਟ ਕੰਮ ਕਰਾਂ, ਤਾਂ ਕਿ ਇਹਦੇ ਵਿੱਚ ਕੀ ਇਨਕਰੀਜ਼ ਹੋ ਸਕੇ, पोटेंशियल। ठीक है, लास्ट बार समझाने का बेटा, एक लास्ट छोटी जी लाइन से 2 लाइनों में क्लीयर होने गल पूरी। अर्थ है अपने वाले पासे किसी चीज खिंचती पई है, हर एक बॉडी खिंचती है अपने वाले पासे, मैं उस तो अगेंस्ट काम करना तो पोटेंशियल जो पैदा होता जाऊगा। मैं अर्थ का बेसिक लैवल है, इतने बॉडी पई है, मैं इन्ना हाइट देती, इन्ना पोटेंशियल आ गया, इन्नी हाइट देती होर पोटेंशियल आ गया, इन्नी हाइट देती होर पोटेंशियल आ गया। इतना पोटेंशियल आता जा रहा है, पर काम किधर कर रहा है, जेडे पासे अर्थ करवाना चाहते उस तो ओपोजिट। इधर केस में ये पॉजिटिव है, ये दूर को भेज रहा है, बट मैं इसको किधर लगे जा रहा, इस वाले पासे तो ये भी पॉजिटिव है, इस वाले पासे ताकि इस दे मैं अगेंस्ट काम कर सका। ओके, सो पढ़िए हम की कह रहे हैं। इलेक्ट्रोस्टैटिक पोटेंशियल एनर्जी, अमाउंट ऑफ वर्क डन बाय अस टू मूव अ चार्ज, किसी चार्ज को मूव करना जो कि टेस्ट चार्ज है Q, फ्रॉम A टू B, किसी पॉइंट A पॉइंट तो B पॉइंट वाले पासे को, अगेंस्ट द इलेक्ट्रोस्टैटिक फील्ड। फील्ड केड़ी है, इलेक्ट्रोस्टैटिक फील्ड, अगेंस्ट दी फोर्स ऑफ इलेक्ट्रिक फील्ड मींस जो इलेक्ट्रॉन फील्ड लगा रहा उस दी फोर्स दे अगेंस्ट। ठीक है, अगेंस्ट दी इलेक्ट्रोस्टैटिक फोर्स विदाउट एक्सेलरेशन। ते जो मैं लैके आना उसनू वो किद्दां लैके आना, स्लोली स्लोली यूनिफॉर्म मोशन दे नाल, ये नहीं कि झटके नाल एक्सेलरेट करके वापस लाके ले आना। क्यों? क्योंकि उस दे नाल की होगा, अमाउंट ऑफ जिहड़ा वर्क डन है वो साडा ज्यादा बढ़ जाना। एकदम झटके नाल काम करना आपां, अमाउंट ऑफ वर्क डन ज्यादा हो जाना। बट आप की चाहते हैं कि जिन्ना मैं काम करा उस दे अकॉर्डिंगली उन्ना ही पोटेंशियल एनर्जी की होवे उहदे विच स्टोर होवे, अकॉर्डिंग टू वर्क डन बाय अस, साडे अकॉर्डिंगली। ठीक है, सो आप एक्सेलरेशन नाल नहीं लैके आना, आप यूनिफॉर्म नहीं लैके आना, हौली हौली करते जाओ, जिवें जिवें काम करता जा रहा वा उस दे विच की होंदा जा रहा, स्टोर होंदा जा रहा कि वर्क डन, पोटेंशियल एनर्जी स्टोर होंदी जा रही। क्यों? क्योंकि मैं वर्क डन करता जा रहा। Without acceleration, that work done जो सी काम किया is stored in the form of potential energy। ते उस दे विच वो साडे वाला काम किया होया वर्क पोटेंशियल एनर्जी दे फॉर्म दे विच स्टोर हो जाना। जिवें इहदे विच अर्थ अपने वाले पासे खिचदी, मैं वर्क डन करदा पिया वां ते सारा कन्वर्ट कच हो जांदा पोटेंशियल एनर्जी दे विच। देयरफॉर वर्क डन की हो गया, फोर्स इनटू डिस्प्लेसमेंट। पता सानू वर्क डन की फोर्स इनटू डिस्प्लेसमेंट, वर्क डन फोर्स डिस्प्लेसमेंट है, तो स्मॉल अमाउंट ऑफ वर्क किया, मैं A पॉइंट तो B पॉइंट तक लेके जाना उस चार्ज नु, इस चार्ज नु मैं विचकार थोड़ा जिहा मूवमेंट की, पहले मान लो मैं इन्नी मूवमेंट कराई है dr, इन्नी मूवमेंट, इन्नी की डिस्प्लेसमेंट वास्ते मेरा स्मॉल अमाउंट ऑफ वर्क डन किया, क्योंकि फोर्स मैं जनरेट कर रहा, एक्सटर्नल फोर्स मेरे वालों है जिहड़ा कि इस वाले पासे लगता पे, एक्सटर्नल फोर्स इनटू डिस्प्लेसमेंट की dr, so therefore small displacement small work done। सो इत्थे क्या आ जाऊगा, और A माइनस ऑफ इलेक्ट्रोस्टैटिक फील्ड तो इसका मतलब की है, जेडे पासे मैं वर्क कर रहा वा उस तो ऑपोजिट वाले पासे की है फोर्स ड्यू टू इलेक्ट्रिक फील्ड, मैं उसके अगेंस्ट काम कर रहे हैं। सो देयरफॉर आ क्या गया नाल dr, सो वर्क डन की हो गया, फिर की वर्क डन फिर की आ गया पूरे वास्ते, ये थोड़ा वर्क डन होया, ये जो सारा वर्क डन चलता आ रहा है, थोड़ा वर्क डन चलता आ रहा है, केवल पूरा वर्क डन की होएगा अगर मैं A तो B पॉइंट तक जावांगा, क्योंकि जिथे मैं खड़ना चाहना A पॉइंट तो B पॉइंट तक खड़ना चाहना, ताकि पता लग जाए B के ऊपर जाके पोटेंशियल कितना का आ गया। ठीक है, सो देयरफॉर वर्क डन कितना हो गया पूरा, A तो लेके B तक जाना, इंटीग्रेट कर रहे हैं पूरी जगह वास्ते। सो dr मैं की लवांगा, इस dr थोड़ा सी पूरी लिमिट वास्ते वे लेना, A तो लेके B तक दा। सो की आ गया, नेगेटिव मोरे लगा,
नेगेटिव अगे लगा है इलैक्ट्रिक फील्ड ये वाला हो गया ना डी आर हो गया इन्ने अमाउंट ऑफ वर्क डन सानू करना पै रहा जेड़ा कि करा रहा स्टोर करा रहा पोटेंशियल एनर्जी नू नैक्सट की आ रहा इन्ना वर्क डन की होगा स्टोर किया जाऊगा एज अ पोटेंशियल एनर्जी मीनस पोटेंशियल एनर्जी अगर इन्ना पोटेंशियल एनर्जी स्टोर हो गई मतलब हुणे आपां जो लैक्चर पढ़िया वो समझ लग चुका तो फिर देखो ਇਹਦਾ मतलब फिर की होया जदों मैं इस पॉइंट तो इस पॉइंट लैके गया ਇੱਥੇ जाके ਜਿਹੜਾ ਉਹਦੇ ਵਿੱਚ पोटेंशियल एनर्जी होएगी वो की होएगी मैक्सिमम होएगी एज कंपेयर टू इस वाले पॉइंट पे देयरफॉर पोटेंशियल एनर्जी और स्टोर होगी वर्क डन पोटेंशियल एनर्जी में स्टोर हो गया मींस पोटेंशियल एनर्जी एट बी इज मोर एज कंपेयर टू ए नालों ज्यादा पोटेंशियल एनर्जी इत्थे होएगी ओके ते जे स्पेशल केस दी आपां गल करिए फिर इत्थे की आऊगा फिर ये लिख दिता आपां फिर कितनी पोटेंशियल एनर्जी आई आओ कितनी हुई है यूए माइनस सॉरी यूबी माइनस यूए देयरफॉर इत्थे वाला पोटेंशियल एनर्जी बी वाले पॉइंट दी माइनस इना वो किदे अकॉर्डिंग होगा जिन्ना मैं वर्क डन कीता उसके प्रोपोर्शनल बस सो आ चीज होगी साडे कोल ਇਹਦਾ मतलब आ चीज की है इन्ने अमाउंट ऑफ पोटेंशियल एनर्जी जनरेट हो गई है सो जिन्ना मैं वर्क डन कीता ओने की जनरेट कर दी ओनी पोटेंशियल एनर्जी ठीक है अगर मैं उस वाले पॉइंट ਨੂੰ ਜਿੱਥੋਂ ਮੈਂ ਲੈ ਕੇ ਆ ਰਿਹਾ ਵਾਂ ਇਸ ਫੋਰਸ के पॉजिटिव चार्ज है इस ਦੇ इलैक्ट्रिक फील्ड ਦੇ अगेंस्ट मैं ਕੰਮ ਕਰਕੇ ਕਿਸੇ ਚਾਰਜ ਨੂੰ ਲੈ ਕੇ ਆ ਰਿਹਾ ਜੋ ਕਿ ਚਾਰਜ ਕਿੱਥੇ ਹੈ ਇਨਫਿਨਿਟੀ ਤੇ ਹੈ ਉਸ ਨੂੰ ਮੈਂ ਉੱਥੋਂ ਇੱਧਰ ਨੂੰ ਲੈ ਕੇ ਆਂਦਾ ਪਿਆ ਹਾਂ देयरफॉर मैं इनफिनिटी ਤੋਂ ਆ ਰਿਹਾ देयरफॉर ਉੱਥੇ पोटेंशियल एनर्जी ਪਹਿਲਾਂ ਜ਼ੀਰੋ ਹੈ ਤੇ ਜਦੋਂ ਫਿਰ b ਦੇ ਉੱਪਰ ਆਵਾਂਗਾ ਉੱਥੇ ਕੀ ਹੋ ਜਾਊਗੀ ਮੈਕਸਿਮਮ देयरफॉर ਕੀ ਆਊਗੀ ub - 0 = ub देयरफॉर चेंज इन पोटेंशियल एनर्जी कितना आया चेंज इन पोटेंशियल एनर्जी कितना हो गया इथे मान लो 0 आ इथे यूबी सी सो देयरफॉर की आ गया आ देखो स्पेशल केस है ना इफ ए इज एट इनफिनिटी देन यूए की होगा ए दे ऊपर 0 देयरफॉर चेंज इन पोटेंशियल की आ गया बेटा साडे को यूबी ही आ गया जो कि किते बराबर बढ़दा पिया इससे दे ऊपर ਇਹਦਾ मतलब जिन्ना मैं काम कीता सारा सारा वर्क डन कादे विच ट्रांसफर हो गया पूरी पूरी पोटेंशियल एनर्जी दे विच ਉਹ ਕੀ ਹੋਊਗੀ ਜੇ ਪਹਿਲਾਂ 0 ਸੀ ਹੁਣ ਕਿੰਨੀ ਹੋ ਗਈ ਹੈ यूबी देयरफॉर यूबी - 0 यूपी तो साडे को आ गई चीज बन गई इत्थों तक किसी ਨੂੰ ਕੋਈ डाउट ਜੇ ਕਿਸੇ ਨੂੰ ਕੋਈ डाउट है ਰੀਕੈਪ ਕਰੋ ਫਿਰ ਇਸ ਨੂੰ ਫਿਰ ਚੰਗੀ ਤਰ੍ਹਾਂ ਲਿਖੋ ਜਦੋਂ ਤੱਕ ਦਿਮਾਗ ਦੇ ਵਿੱਚ ਕਨਫਿਊਜ਼ਨ ਹੈ ਅੱਗੇ ਨਹੀਂ ਚੱਲਣਾ ਅੱਗੇ ਚੱਲੋਗੇ ਕਨਫਿਊਜ਼ਨਾਂ ਇਕੱਠੀਆਂ ਹੋਈ ਜਾਣੀਆਂ ਥੋੜੀਆਂ ਕਲੀਅਰ ਕਰਕੇ ਥੋੜਾ ਕਰੋ ਕਲੀਅਰ ਕਰ ਕਰਕੇ ਅੱਗੇ ਚੱਲੋ ਬੇਟਾ ਠੀਕ ਹੈ ਸੋ ਇਹ ਚੀਜ਼ ਸਾਡੇ ਕੋਲ ਹੋ ਗਈ ਸੋ ਆਪਾਂ ਕੀ ਸਮਝਿਆ ਇਹਦੇ ਵਿੱਚ ਜਿੰਨਾ ਮੈਂ ਵਰਕ ਡਨ ਕੀਤਾ ਉਹ ਸਾਰਾ ਸਾਰਾ ਸਟੋਰ ਕੀਤਾ ਜਾ ਰਿਹਾ ਕਿਹਦੇ ਫਾਰਮ ਦੇ ਵਿੱਚ ਪੋਟੈਂਸ਼ੀਅਲ એનર્ਜੀ ਦੇ ਫਾਰਮ ਦੇ ਵਿੱਚ ਠੀਕ ਹੈ ਨੈਕਸਟ ਆ ਰਿਹਾ ਅੱਗੇ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ 10th वाली डेफिनेशन है केस पॉइंट तो केस पॉइंट ते जाके मैं काम कर रहा केस दी इलैक्ट्रिक फील्ड दे अगेंस्ट काम कर रहे हैं वो चीज़ां देखणियां ठीक है ना सो आपां की पढ़दे हैं बेटा आहो इस डेफिनेशन है पूरी पूरी इलैक्ट्रोस्टैटिक पोटेंशियल एनर्जी की होया VB - VA VB - VA मींस पोटेंशियल एट VB - पोटेंशियल एट VA देखो इत्थे ध्यान दे नाल ये चार्ज है ठीक है ये चार्ज है जो लगातार की लगा रहा है फील्ड ठीक है इस चार्ज करके जिवें जिवें चार्ज तो दूर दूर आपां जाई जावांगे तां की होता जाऊगा इलैक्ट्रिक फील्ड की है कमजोर होती जाती है क्योंकि आर वधन दे नाल इलैक्ट्रिक फील्ड घटती जाती है देयरफॉर ये चार्ज जो है ये चार्ज जिवें जिवें दूर दूर की जगह ते आपां जाके चेक करांगे तां पोटेंशियल की कमजोर होता जाऊगा घटदा जाएगा ते जे मैं किसी चार्ज नूं इस चार्ज ਨੂੰ ਕਿਸੇ ਜ਼ਰੂਰ ਵਾਲੀ ਪੋਜੀਸ਼ਨ ਤੋਂ ਲਾਗੇ ਲੈ ਕੇ ਆਵਾਂ देयरफॉर मैं जे ਇੱਥੇ ਇਸ ਪੁਆਇੰਟ ਤੋਂ ਮੈਂ ਇਸ ਪੁਆਇੰਟ ਤੇ ਲੈ ਕੇ ਆਇਆ ਸੀ ਅਗੇਂਸਟ ਦੀ ਇਲੈਕਟ੍ਰੋਸਟੈਟਿਕ ਫੀਲਡ ਜੋ ਕਿ ਮੈਂ ਐਕਸਟਰਨਲ ਵਰਕ ਡਨ ਕਰਕੇ ਲਿਆਇਆ ਵਾਂ देयरफॉर ਇੱਥੇ ਜਿਹੜਾ ਪੋਟੈਂਸ਼ੀਅਲ ਹੋਏਗਾ ਉਹ ਜ਼ਿਆਦਾ ਹੋਏਗਾ ਐਸ ਕੰਪੇਅਰ ਟੂ ਇੱਥੇ ਜਿਹੜਾ ਪੋਟੈਂਸ਼ੀਅਲ ਹੋਏਗਾ ਨਾ ਉਹ ਵੀ ਤਾਂ ਕਹਿ ਰਿਹਾ ਪੋਟੈਂਸ਼ੀਅਲ ਡਿਫਰੈਂਸ ਮੀਨਸ ਜੋ ਮੈਂ ਇੱਥੋਂ ਲੈ ਕੇ ਇੱਥੇ ਤੱਕ ਬਾਡੀ ਨੂੰ ਲੈ ਕੇ ਆਇਆ ਵਾਂ ਉਹ ਕੀ ਹੋਊਗਾ VB - VA पोटेंशियल डिफरेंस वो पुराने वाले चैप्टर दे विच पढ़िया आपां सिर्फ आ चीज V = W/Q सो पोटेंशियल डिफरेंस है मेरे दो जगह का पोटेंशियल्स दे विचकार दा डिफरेंस वो की होगा VB - VA वो की होगा वर्क डन कितना काम किया गया इत्थों लेके तक लगे होने अपॉन चार्ज दे ऊपर हुण ध्यान दे नाल चीज सुनो इस दी डेफिनेशन पढ़ी आपां इलैक्ट्रोस्टैटिक पोटेंशियल एनर्जी दी इहदे विच की पढ़िया amount of work done to move a charge from one point to another against the electrostatic field without any acceleration charge सी इत्थे की
amount of work done to move a charge of unit positive nature means charge की होना चाहिए unit. Amount of work done to move a unit positive charge from one point to another against the electrostatic field. ठीक है, तो मतलब जो चार्ज इतने होना चाहिए ਉਹਦੀ वैल्यू की होनी चाहिए 1. आ डिफरेंस है बस ਇਹਨਾਂ ਦੋਹਾਂ ਡੈਫੀਨੇਸ਼ਨਸ ਦੇ ਵਿੱਚ. तो therefore ਕੀ ਹੋਊਗਾ वर्क डन अपॉन चार्ज की है यूनिट, देयरफॉर अमाउंट ऑफ वोल्टेज कितनी है दोनों के विचकार डिफरेंस होगा. इतने वोल्टेज कुछ और, इतने वोल्टेज कुछ और, क्योंकि इत्थों इत्थे तक लेके आए जो ਆਪਾਂ मूव करवा के वर्क डन करके इतने चार्ज ਵੱਧ हो गया, इतने चार्ज घट हो गया, इतने पोटेंशियल ਵੱਧ है. जिथे पोटेंशियल ਵੱਧ होगा जिथे क्षमता ਵੱਧ हो चार्ज ਵੱਧ है, क्योंकि पोटेंशियल तो ही पोटेंशियल डिफरेंस बनया ना. तो जिथे जिथे पोटेंशियल जिदा ਵੱਧ ਆ ਇਹਦਾ मतलब ਉੱਥੇ ਕੀ ਹੈ ਉਹਦੇ वैल्यू ਵੱਧ ਆ, ਉਹਦਾ चार्ज ਵੱਧ होगा. ठीक है, तो देयरफॉर आ की होया VA minus VB equal to WAB upon Q. चेंज इन पोटेंशियल दोनों ਦੇ ਵਿਚਕਾਰ ਦਾ WVB. वर्क डन कितना आया जिन्ना काम किया गया यूनिट पॉजिटिव चार्ज ਸੀ ਆ ਲਿਖ ਦਿੱਤਾ. सो अपने को की आया बेटा इथे तो वर्क डन की आया. अगर सेकंड वाला पॉइंट सेम हो केस, अगर ए वाला पॉइंट इनफिनिटी ਦਾ ਹੁੰਦਾ ਤੇ ਇਨਫਿनिटी ਦੇ ਉੱਪਰ ਮੀਨਸ ਬਹੁਤ ਦੂਰ ਜਾ ਕੇ ਪੋਟੈਂਸ਼ੀਅਲ ਕੀ ਹੋਣਾ ਸੀ 0. ਇਹ ਕਿਹੜਾ ਵਾਲਾ ਕੇਸ ਹੈ यूनिट पॉजिटिव चार्ज की गल करदा मैं. ठीक है, पोटेंशियल की होना सी उस पॉइंट के ऊपर इनफिनिटी के ऊपर 0, क्योंकि उत्थे की होना सी कुछ भी नहीं पोटेंशियल. ठीक है ना, जिवें जिवें आवांगे लागे आपां, क्योंकि दूर तो आपां बॉडी नूं लागे लेके आउंदे पए आ अगेंस्ट दी चार्ज दी पॉजिटिव नेचर दे इलैक्ट्रिक फील्ड दे. जिवें मैं लागे लेके आवांगा उस पोटेंशियल जनरेट होना शुरू हो जाना, क्योंकि पोटेंशियल एनर्जी आनी शुरू हो गई है. तो देयरफॉर ए पॉइंट के ऊपर पोटेंशियल की होगा जिहड़ा कि किथे है इनफिनिटी ते है, उत्थे ओदा पोटेंशियल की होगा 0. सो सारा चेंज इन पोटेंशियल की होएगा जब मैं इथों लेके इस पॉइंट तक सॉरी इस ए इनफिनिटी तो लेके इथों तक मैं लेके आया वा किस नु यूनिट पॉजिटिव चार्ज नु. सो सारा की होगा सारी वोल्टेज कितनी बन जूगी VB. इन्नी वोल्टेज ਉਹਦੇ ਵਿੱਚ ਆ ਗਈ, ਉਹ ਕਿਹਦੇ ਬਰਾਬਰ ਹੋਊਗਾ ਕਿੰਨਾ ਦਾ ਅਮਾਉਂਟ ਕੰਮ ਕੀਤਾ ਹੈ ਕਿਥੋਂ ਇਨਫਿनिटी ਤੋਂ ਲੈ ਕੇ ਇਸ ਪੁਆਇੰਟ ਤੱਕ ਲਿਆਉਣ ਵਿੱਚ. ਸਾਰਾ ਕੁਝ ਵੀ ਨਹੀਂ ਚੇਂਜ ਹੈਗਾ बेटा, ਕੁਝ ਵੀ डिफरेंस नहीं है, ਕੁਝ ਵੀ ਔਖਾ ਨਹੀਂਗਾ. ਸਮਝਣ ਦੀ ਗੱਲ ਹੈ ਕਿ ਡੈਫੀਨੇਸ਼ਨ ਕੀ ਕਹਿ ਰਹੀ ਔਰ ਆਪਾਂ ਕਰਦੇ ਕਿੱਦਾਂ ਪਏ ਆ. जो मैं रीकैप करांगा लास्ट में एक बार फिर सब चीज़ां 5 मिनटां में रीकैप्चुलेट की जाएंगे कि कितना की गया है क्या की रहा साढ़े कोई बन गई चीज बोली. अगे आ रहा बेटा इलेक्ट्रोस्टैटिक फोर्सेस आर कंजरवेटिव. ये चीज बहुत जरूरी है क्योंकि इस तो बाद असीं पढ़ना पोटेंशियल एनर्जीज कि मैं किस कोई चार्ज है मैं एक होर चार्ज लेके आया, उस चार्ज नूं मैं उस पोजीशन तो इस पोजीशन तक लेके आया वा. मतलब आ एक चार्ज है कोई साडे कोल कोई एक आ चार्ज है, इस ਨੂੰ इथों इस पोजीशन ਤੇ ਲਿਆ ਖੜਿਆ ਇੱਥੇ ਰੱਖਿਆ ਲਿਆ ਕੇ ਤਾਂ ਮੈਂ ਇਸ ਦੀ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਕੰਮ ਕੀਤਾ ਹੋਗਾ, ਕੁਝ ਜਾਂ ਵੀ ਪੋਜ਼ਿਟਿਵ ਹੈ ਜਾਂ ਵੀ ਪੋਜ਼ਿਟਿਵ ਹੈ, ਇੱਥੋਂ ਇੱਥੇ ਤੱਕ ਲੈ ਕੇ ਆਇਆ ਤਾਂ ਮੈਂ ਕੁਝ ਕੰਮ ਕੀਤਾ ਆਪੋਜ਼ਿਟ. ਤਾਂ ਮੈਂ ਇਸ ਨੂੰ ਕਿੱਦਾਂ ਲੈ ਕੇ ਆਇਆ, ਇਦਾਂ ਲੈ ਕੇ ਆਇਆ, ਇਦਾਂ ਲੈ ਕੇ ਆਇਆ, ਇਦਾਂ ਲੈ ਕੇ ਆਇਆ ਕਿ ਇਦਾਂ ਲੈ ਕੇ ਆਇਆ. ਇਹ ਚੀਜ਼ ਦੱਸਣੀ ਬਹੁਤ ਜ਼ਰੂਰੀ ਹੈ ਕਿ ਜੇ ਮੈਂ ਰਸਤਾ ਜਿਹੜੇ ਮਰਜ਼ੀ ਲੈ ਕੇ ਆਵਾਂ फर्क कुछ नहीं पएगा. की होएगा सिर्फ तो सिर्फ ये फर्क पएगा कि ओदा पहले वाला पॉइंट की सी, उत्थे पोटेंशियल की सी ते इत्थे पोटेंशियल की है. मींस ओदी पहले वाली पोजीशन दे उपर ओदी वैल्यू की सी ते हुण वाली दे उपर वैल्यू की है. कोई चार्ज उस दे आले दुआले फील्ड उस चार्ज वो भी पॉजिटिव नेचर दा उस दी फील्ड दे विच कोई चार्ज ਉਹ ਚਾਰਜ ਜਿੱਥੇ ਵੀ ਪਿਆ ਹੋਵੇਗਾ ਜੇ ਇਨਫਿਨਿਟੀ ਤੇ ਪਿਆ ਤਾਂ ਉਹਦੇ ਉੱਪਰ ਕੁਝ ਫਰਕ ਨਹੀਂ ਪੈ ਰਿਹਾ, ਕੋਈ ਪੋਟੈਂਸ਼ੀਅਲ ਤੇ ਉਹਦਾ ਪੋਟੈਂਸ਼ੀਅਲ એનર્ਜੀ 0 ਹੈ ਜੋ ਲਾਗੇ ਛਾਗੇ ਕਿਤੇ ਵੀ ਪਿਆ. ਅਗਰ ਮੈਂ ਉਸ ਨੂੰ ਉਸ ਪੋਜੀਸ਼ਨ ਤੋਂ ਆ ਚਾਰਜ ਇੱਕ ਪੋਜ਼ਿਟਿਵ ਇੱਕ ਸੋਰਸ ਆ ਕੋਈ ਟੈਸਟ ਚਾਰਜ ਨੂੰ ਮੈਂ ਲੈ ਕੇ ਆਣਾ ਲੱਗੇ, ਇਸ ਨੂੰ ਮੈਂ ਲੈ ਕੇ ਇੱਥੋਂ ਇਸ ਪੁਆਇੰਟ ਤੋਂ ਇਸ ਪੁਆਇੰਟ ਤੇ ਲੈਂਦਾ ਇਦਾਂ ਲੈ ਕੇ ਆਵਾਂ, ਇਦਾਂ ਲੈ ਕੇ ਆਵਾਂ, ਇਦਾਂ ਲੈ ਕੇ ਆਵਾਂ, ਐਸੇ ਲਿਆਵਾਂ ਜਾਂ ਇਦਾਂ ਲਿਆਵਾਂ, ਕੋਈ ਫਰਕ ਨਹੀਂ ਪੈਣਾ. काउंट ही किया जाना कि इत्थे दी वैल्यू की सी ते इत्थे दी वैल्यू की सी, तो वही चीज़ां की होंदी कंजरवेटिव नेचर. वो कंजरवेटिव फोर्सेस ਜਿਹੜੀਆਂ कि फाइनल और इनिशियल पॉइंट्स ਦੇ ਉੱਪਰ डिफरेंस ਦੇ ਉੱਪਰ ਕੰਮ ਕਰਦੀਆਂ ਹੋਣ, ਨਾ ਕਿ ਕਿਹੜੇ ਪਾਥ ਨੂੰ ਮੈਂ ਫੋਲੋ ਕਰਕੇ ਉਸ ਪੁਆਇੰਟ ਤੱਕ ਲੈ ਕੇ ਆਇਆ. देयरफॉर ਉਹ ਕਹਿ ਰਿਹਾ ਕਿ ਇਲੈਕਟ੍ਰੋਸਟੈਟਿਕ फोर्सेस ਸਭ ਦੇ ਸਭ ਕੀ ਨੇ ਕੰਜ਼ਰਵੇਟਿਵ ਨੇ. ਉਹਦਾ ਮਤਲਬ ਇਹ ਹੈ ਕਿਉਂ ਇਲੈਕਟ੍ਰੋਸਟੈਟਿਕ ਫੋਰਸ ਦੀ ਗੱਲ ਕਰ ਰਿਹਾ ਕਿਉਂਕਿ ਮੈਂ ਜੋ ਐਕਸਟਰਨਲ ਫੋਰਸ ਲਗਾ ਰਿਹਾ ਮੈਂ ਉਹ ਇਸ ਦੇ ਆਪੋਜ਼ਿਟ ਲਗਾ ਰਿਹਾ. ਸੋ जिन्ना भी आ वैल्यू के ऊपर आप हर बार काम करना कि दसना पैना कि आ जी वैल्यू है एक कंजरवेटिव है. ये सिर्फ इनिशियल और फाइनल वैल्यू के ऊपर डिपेंड करती, रस्ते के ऊपर डिपेंड नहीं करती कि मैं कैसे उस पोजीशन तक लेके आया. जो पोटेंशियल एनर्जी आप करांगे ना बेटा न्यूमेरिकल्स
ਉੱਥੇ ਪ੍ਰੋਬਲਮਸ ਖੜੀਆਂ ਹੋਣਗੀਆਂ ਕਿ ਉਹ ਘਮਾ ਦੱਸੂਗਾ ਕਿ ਮੈਂ ਉਹਨੂੰ ਉੱਥੋਂ ਦੀ ਇੱਧਰ ਇੱਥੇ ਲੈ ਕੇ ਆਇਆ। ਨਹੀਂ ਜੀ, ਜਿੱਧਰ ਦੀ ਮਰਜ਼ੀ ਲਿਆ ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਨੂੰ ਕੀ ਹੈ, ਸਾਨੂੰ ਸਿਰਫ ਇਸ ਚੀਜ਼ ਦੇ ਉੱਪਰ ਧਿਆਨ ਦੇਣਾ ਹੈ ਕਿ ਉਹਦੀ ਪਹਿਲਾ ਪੋਜੀਸ਼ਨ ਕੀ ਸੀ ਤੇ ਹੁਣ ਪੋਜੀਸ਼ਨ ਕੀ ਹੈ। ਇਨੀਸ਼ੀਅਲ ਔਰ ਫਾਈਨਲ ਪੋਜੀਸ਼ਨ ਤੇ ਡਿਪੈਂਡ ਕਰਨਾ ਚਾਹੀਦਾ, ਪਾਥ ਦੇ ਫੋਲੋ ਨਹੀਂ ਕਰਨਾ, ਪਾਥ ਦੇ ਉੱਪਰ ਡਿਪੈਂਡ ਨਹੀਂ ਕਰਨਾ। ਸੋ ਕੀ ਕਹਿ ਰਿਹਾ ਸਾਨੂੰ, ਵੈਸੇ ਸਟਾਰਟਿੰਗ ਤੋਂ ਵੀ ਨਹੀਂ ਗੱਲ ਦਾ ਪਤਾ, ਪਰ ਆਪਾਂ ਫਿਰ ਵੀ ਪ੍ਰੂਫ ਦੇਵਾਂਗੇ ਕਿ ਜਿੰਨੀਆਂ ਵੀ ਸੈਂਟਰਲ ਫੋਰਸਿਸ ਹੁੰਦੀਆਂ ਸਭ ਕੀ ਹੁੰਦੀਆਂ ਕੰਜ਼ਰਵੇਟਿਵ। ਸੈਂਟਰਲ ਫੋਰਸਿਸ ਮੀਨਸ ਜਿਹੜੀਆਂ ਦੋ, ਅਗਰ ਆ ਕੇ ਚਾਰਜ ਹੈ, ਕਾ ਚਾਰਜ ਹੈ, ਦੋ ਚਾਰजेस ਇਕੁਇਲੈਂਸ ਲਾ ਤਾਂ ਆਪਾਂ ਜੀ ਪੜੀ ਹੋਈ ਹੈ। ਇੱਕ ਆ Q1 ਚਾਰਜ ਹੈ, Q2 ਆ, ਦੋਵਾਂ ਦੇ ਵਿਚਕਾਰ ਆਪਸੀ ਫੋਰਸ ਆਫ ਅਟਰੈਕਸ਼ਨ ਜਾਂ ਫੋਰਸ ਆਫ ਰਿਪਲਸ਼ਨ ਕਿੰਨੀ ਹੋਏਗੀ, ਉਹ ਦੋਵਾਂ ਦੇ ਵਿਚਕਾਰ ਦਾ ਸਿੱਧਾ ਡਿਸਟੈਂਸ ਦੱਸਦਾ, ਨਾ ਕਿ ਡਿਸਟੈਂਸ ਇਦਾਂ ਦੱਸੂਗਾ ਕੋਈ, ਸਿੱਧਾ ਦੋਵਾਂ ਦੇ ਵਿਚਕਾਰ ਡਿਸਟੈਂਸ ਕਿੰਨਾ ਹੈ ਉਹ ਚੀਜ਼ ਦੇ ਉੱਪਰ ਡਿਪੈਂਡ ਕਰਦਾ। ਸੋ ਸੈਂਟਰਲ ਫੋਰਸਿਸ ਜਿੰਨੀਆਂ ਵੀ ਹੁੰਦੀਆਂ ਬੇਟਾ ਸਭ ਕੀ ਹੁੰਦੀਆਂ ਕੰਜ਼ਰਵੇਟਿਵ ਹੁੰਦੀਆਂ, ਠੀਕ ਹੈ। ਬਟ ਇਹਦਾ ਪ੍ਰੂਫ ਹੀ ਆਪਾਂ ਦੇਵਾਂਗੇ ਉਹ ਕੀ ਹੈ। ਪ੍ਰੂਫ ਕੀ ਕਹਿ ਰਿਹਾ ਹੁਣ, ਉਹ ਕਹਿ ਰਿਹਾ ਅਗਰ ਇਹ ਵਾਲਾ ਪੁਆਇੰਟ A ਹੈ, ਇਸ ਨੂੰ ਮੈਂ ਕਿਸੇ ਰਸਤੇ ਨੂੰ ਫੋਲੋ ਕਰਦੇ ਕਰਦੇ ਹੋਏ ਵਾਪਸ ਇਸੇ ਪੁਆਇੰਟ ਤੇ ਪਹੁੰਚ ਜਾਵਾਂ, ਠੀਕ ਹੈ। ਇਸ ਪੁਆਇੰਟ ਤੋਂ ਮੈਂ ਚੱਲਿਆ, ਮੈਂ ਇਸ ਚਾਰਜ ਨੂੰ ਮੂਵ ਕਰਵਾ ਕੇ ਕਿਸੇ ਵੀ ਰਸਤੇ ਚੋਂ ਦੀ, ਕਿਸੇ ਵੀ ਰਸਤੇ ਨਾਲ ਕਿੱਧਰ ਦੀ ਮਰਜ਼ੀ ਘੁੰਮ ਕੇ ਮੈਂ ਉਸੇ ਹੀ ਪੁਆਇੰਟ ਤੇ ਵਾਪਸ ਪਹੁੰਚ ਜਾਵਾਂ। ਜੇ ਉਸੇ ਪੁਆਇੰਟ ਤੇ ਵਾਪਸ ਪਹੁੰਚ ਗਿਆ ਤਾਂ ਮਤਲਬ ਮੈਂ ਕੋਈ ਨਾ ਕੋਈ ਕੰਮ ਕੀਤਾ ਹੋਏਗਾ, ਜਿਹੜਾ ਮਰਜ਼ੀ ਰਸਤਾ ਫੋਲੋ ਕਰਕੇ ਆਉਂਦਾ ਹੋਇਆ ਹੋਵਾਂਗਾ। ਉਸੇ ਪੁਆਇੰਟ ਤੇ ਪਹੁੰਚਿਆ ਤਾਂ ਕੀ ਜੋ ਮੈਂ ਵਰਕ ਡਨ ਕੀਤਾ ਉਹਦੇ ਨਾਲ ਕੋਈ ਨਾ ਕੋਈ ਵੈਲਿਊ ਆਉਣੀ ਚਾਹੀਦੀ ਆਨਸਰ ਦੀ। ਇਹਦਾ ਮਤਲਬ ਕੋਈ ਨਾ ਕੋਈ ਜੋ ਮੈਂ ਵਰਕ ਡਨ ਕੀਤਾ ਹੋਏਗਾ ਉਹ ਕੋਈ ਨਾ ਕੋਈ ਵੈਲਿਊ ਆਉਣੀ ਚਾਹੀਦੀ ਹੈ। ਬਟ ਸਾਨੂੰ ਪਤਾ ਕਲੋਜ਼ ਲੂਪ ਦੇ ਵਿੱਚ ਕੀ ਹੁੰਦਾ ਆ, ਜੇ ਸਟਾਰਟਿੰਗ ਪੁਆਇੰਟ ਤੋਂ ਚੱਲ ਕੇ ਫਾਈਨਲ ਪੁਆਇੰਟ ਵੀ ਉੱਥੇ ਹੀ ਆ ਜਾਵੇ ਤਾਂ ਦੇਅਰਫੋਰ ਵਰਕ ਡਨ 0 ਹੁੰਦਾ। ਪ੍ਰੂਫ ਦੇ ਦਈਏ ਕਿੱਦਾਂ, ਇਹਦਾ ਮਤਲਬ ਫਿਰ ਕੀ ਹੋਇਆ ਕਿ ਜੋ ਮੈਂ ਕੰਮ ਕਰਦਾ ਪਿਆ ਵਾਂ ਉਹਦਾ ਟੋਟਲੀ ਡਿਪੈਂਡ ਕਿੱਥੇ ਕਰਦਾ, ਫਾਈਨਲ ਔਰ ਇਨੀਸ਼ੀਅਲ ਪੁਆਇੰਟ ਦੇ ਉੱਪਰ, ਨਾ ਕਿ ਉਸ ਰਸਤੇ ਦੇ ਉੱਪਰ ਕਿ ਮੈਂ ਕਿਹੜਾ ਰਸਤਾ ਫੋਲੋ ਕਰਕੇ ਆਇਆ। ਕਿਵੇਂ ਕਹਿ ਰਿਹਾ, ਦੇਖੋ ਸਾਨੂੰ ਪਤਾ ਮੈਂ ਇਸ ਨੂੰ ਇਸ ਪੁਆਇੰਟ ਲੈ ਕੇ ਜਾਵਾਂ, ਇੱਥੋਂ ਇੱਧਰ ਨੂੰ ਲੈ ਕੇ ਗਿਆ ਤਾਂ ਵਰਕ ਡਨ ਕੀ ਆ ਫਰਮ A to B। ਧਿਆਨ ਨਾਲ ਦੇਖੋ ਆ ਚੀਜ਼ਾਂ ਬੇਟਾ, A to B ਕੀ ਹੁੰਦਾ ਆ, ਜਿੱਥੇ ਪਹੁੰਚਿਆ ਮਾਈਨਸ ਜਿੱਥੋਂ ਚੱਲਿਆ, ਕਿਉਂਕਿ ਜਿੱਥੇ ਪੋਟੈਂਸ਼ੀਅਲ ਮੈਕਸਿਮਮ ਤੋਂ ਲੋ ਲੈਣਾ ਨਾ, ਹਾਇਰ ਪੋਟੈਂਸ਼ੀਅਲ ਤੋਂ ਲੋਅਰ ਵਾਲੇ ਪੋਟੈਂਸ਼ੀਅਲ ਵਾਲੇ ਪਾਸੇ ਨੂੰ ਹੀ ਕੀ ਹੁੰਦਾ ਆ, ਵਰਕ ਡਨ ਹੁੰਦਾ। ਸੋ ਵਰਕ ਡਨ ਕੀਤਾ ਕਿੰਨੇ ਹੈ, ਅਸੀਂ ਕੀਤਾ ਹੈ ਤਾਂ ਕਿ ਪੋਟੈਂਸ਼ੀਅਲ ਜਨਰੇਟ ਹੋ ਸਕੇ, ਠੀਕ ਹੈ ਨਾ। ਆਪਾਂ ਬੇਟਾ ਇੰਨੀ ਗੱਲ ਪੜ੍ਹੀ ਹੈ ਪਹਿਲਾਂ ਵੀ। ਇਹ ਦੇਖੋ ਆਪਾਂ ਇਹ ਚੀਜ਼ਾਂ ਪਹਿਲਾਂ ਪੜ੍ਹ ਚੁੱਕੇ ਹੋਏ ਆ ਕਿ ਇਸ ਪੁਆਇੰਟ ਤੋਂ ਮੈਂ ਜੇ ਇਧਰਲੇ ਪਾਸੇ ਨੂੰ ਜਾ ਰਿਹਾ ਹਾਂ, ਇਹ ਪੁਆਇੰਟ ਹੈ A, ਇਸ ਪੁਆਇੰਟ ਹੈ B, ਆਫ ਕੋਈ ਪੋਜ਼ਿਟਿਵ ਨੇਚਰ ਦਾ ਚਾਰਜ ਹੈ ਜਿਹੜਾ ਇਲੈਕਟ੍ਰਿਕ ਫੀਲਡ ਲਗਾ ਰਿਹਾ ਹੈ, ਇਹਨੂੰ ਮੈਂ ਇਧਰਲੇ ਪਾਸੇ ਨੂੰ ਅਗਰ ਲੈ ਕੇ ਜਾ ਰਿਹਾ ਤਾਂ ਮੈਂ ਇਸ ਦੀ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਕੰਮ ਕਰਦਾ ਪਿਆ ਹਾਂ। ਜਿਹੜਾ ਮੇਰਾ ਐਕਸਟਰਨਲ ਫੋਰਸ ਹੈ ਇਹ ਅਗੇਂਸਟ ਹੈ ਇਸ ਦੀ ਇਲੈਕਟ੍ਰਿਕ ਫੀਲਡ ਦੇ। ਇਹਦਾ ਮਤਲਬ ਫਿਰ ਕੀ ਹੋਇਆ ਕਿ ਜਦੋਂ ਮੈਂ ਇੱਥੋਂ ਇੱਧਰ ਲੈ ਕੇ ਜਾ ਰਿਹਾ, ਇੱਥੇ ਪੋਟੈਂਸ਼ੀਅਲ ਮੈਕਸਿਮਮ ਹੋਏਗਾ, ਇੱਥੇ ਪੋਟੈਂਸ਼ੀਅਲ ਮਿਨੀਮਮ ਹੋਏਗਾ, ਠੀਕ ਹੈ ਨਾ। ਇਹਦਾ ਮਤਲਬ ਫਿਰ ਕੀ ਹੋਇਆ ਕਿ ਮੈਕਸਿਮਮ ਪੋਟੈਂਸ਼ੀਅਲ ਮਾਈਨਸ ਮਿਨੀਮਮ ਪੋਟੈਂਸ਼ੀਅਲ એનર્ਜੀ, ਤੇ ਉਹੀ ਕੰਮ ਕੀਤਾ ਜਾਊਗਾ ਕੀ ਵਰਕ ਡਨ ਕਰੇਗਾ। ਵਰਕ ਡਨ ਕੀ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ ਸਟੋਰ ਹੋ ਰਿਹਾ। ਸੋ ਸਾਰਾ ਕੰਮ ਜੋ ਕੀਤਾ ਜਾਏਗਾ ਜਦੋਂ ਫਿਰ ਮੈਂ ਇਸ ਤੋਂ ਇਸ ਪੁਆਇੰਟ ਤੱਕ ਗਿਆ, ਮਤਲਬ ਇੱਥੇ ਪੋਟੈਂਸ਼ੀਅਲ ਹਾਇਰ ਹੋ ਗਿਆ, ਇੱਥੇ ਲੋਅਰ ਹੋ ਗਿਆ, ਤੇ ਦੋਵਾਂ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਕੀ ਹੋਏਗਾ, ਸਾਨੂੰ ਪਤਾ V = W/Q। W ਕੀ ਸੀ, ਵਰਕ ਡਨ। ਵਰਕ ਡਨ ਕੀ ਸੀ ਕਿ ਮੈਂ ਕਿੰਨਾ ਕੰਮ ਕੀਤਾ ਇੱਥੋਂ ਲੈ ਕੇ ਇੱਥੇ ਤੱਕ ਜਾਣ ਵਿੱਚ। ਸੋ ਵਰਕ ਡਨ ਅਪਨ ਚਾਰਜ ਕੀ ਆ ਰਿਹਾ ਇੱਥੋਂ, और इतने चार्ज की है यूनिट सी ना। सो पोटेंशियल डिफरेंस वाले केस तो नहीं पढ़िया आप वर्क डन किया VB माइनस VA। जो मैं इथों इधर वापस आना हो तो वर्क डन की होएगा VA माइनस VB इथों इधर लो। सो इसका मतलब इथे मैक्सिमम हो गया इथे मिनिमम हो गया। सो VA माइनस VB टोटल वर्क डन की होया इथों इधर वापस आते हैं सारा वर्क डन किया कटिंग होगी 0 आ गया। Therefore work done 0 means at point A is received again। जिवें कि सानू पता वही पॉइंट दोबारा रिसीव हो गया, therefore वर्क डन 0 हो गया। How we receive that does not matter। गल समझ लगी कि जे हुण मैं इस पॉइंट तो चल के इसे पॉइंट ते वापस गया हां तो मैं किस रस्ते थड़ी जाके उस पॉइंट ते पहुंचिया ये चीज मैटर ही नहीं करती। मैटर की करता पिया कि जेड़ी जगह ते चलिया है और जेड़ी जगह तो तुरया सी मींस इनिशियल और फाइनल पोजीशंस की वैल्यू कितनी है वो चीज मैटर करती है, बल्कि ना कि किस रस्ते में उसी फॉलो करके आए हैं। ठीक है समझ लगी गल। नेक्स्ट वाला केस है जो कि बिल्कुल बेटा इस दे वांग ही है। उस दे विच की है और ये चीज वो है जो आप पढ़ते हैं जो अपने इस टॉपिक दे विच काम दा है। वो की है कोई चार्ज है ठीक है वो लगातार की लगा रहा है इलेक्ट्रिक फील्ड लगा रहा है। सो
ਸੋ ਮੰਨ ਲਓ ਆ ਇਲੈਕਟ੍ਰਿਕ ਫੀਲਡ ਮੈਂ ਸਭ ਬਣਾਈਆਂ ਇਸ ਪਾਸੇ ਨੂੰ, ਇਲੈਕਟ੍ਰਿਕ ਫੀਲਡਸ ਇਸ ਪਾਸੇ ਨੂੰ ਜਾ ਰਹੀਆਂ ਹਨ। ਠੀਕ ਹੈ, ਉਸ ਦੇ ਵਿੱਚ ਉਸ ਇਲੈਕਟ੍ਰਿਕ ਫੀਲਡ ਦੇ ਵਿੱਚ ਮੈਂ ਮੂਵ ਕਰਵਾ ਰਿਹਾ ਵਾਂ ਕਿਸੇ ਚਾਰਜ ਨੂੰ। ਪਹਿਲਾਂ ਮੈਂ A ਪੁਆਇੰਟ ਤੋਂ ਇਧਰ ਨੂੰ ਗਿਆ B ਤੱਕ, ਫਿਰ B ਤੋਂ ਗਿਆ A ਪੁਆਇੰਟ ਵਾਲੇ ਪਾਸੇ ਨੂੰ। ਠੀਕ ਹੈ, ਸੋ ਵਰਕ ਡਨ ਕੀ ਹੋਏਗਾ? ਸਾਨੂੰ ਪਤਾ ਵਰਕ ਡਨ ਬੇਟਾ ਕੀ ਹੁੰਦਾ, ਫੋਰਸ ਇਨਟੂ डिस्प्लेसमेंट। फोर्स इतने की है F इक्वल्स टू Q इंटू E। Q की है यूनिट चार्ज है, सो देयरफॉर F इक्वल्स टू E हो गया। सो मैं इतने की लिख देता E, लिख देता E। सो की बढ़िया वर्क डन किया गया, F लिया E आ गया। डिस्प्लेसमेंट की नहीं है, मैं छोटे ही चार्ज की गल करा DE। मैं मूव करवा रहा जी इस पॉइंट तो इधर नूं, वो तक मैं छोटा जिहा पार्ट ले लिया DL। छोटा जिहा पार्ट केड़ा ले लिया DL। ठीक है, जाना मैं किस पासे नूं है, इस पासे नूं। सॉरी इलैक्ट्रिक फील्ड किस पासे नूं, इधरले पासे नूं। जा किधर रहा मैं, इस पासे नूं। सो देयरफॉर जो मैं ए वाला आ जी मैं मूवमेंट DL की बनाई हुई आ, DL बनाया होया, इस नूं मैं रिजल्ट नूं दो पार्ट्स दे विच ब्रेक करा तो किहड़े-किहड़े होणगे? जे आ DL दो पार्ट्स ब्रेक किया, एक आह हो गया ते एक आह हो गया। सो दोवां दे विच आ DL होया ना, ते इलैक्ट्रिक फील्ड इस पासे नूं मतलब आ एंगल बनया दोवां दे विच, मींस आ एंगल बनया दोवां दे विच। ਤੇ ਦੋ ਇਹ ਐਂਗਲ ਬਣਿਆ, ਦੋ ਪਾਰਟ ਚ ਬ੍ਰੇਕ ਹੋ ਗਏ, DL cos θ ਤੇ DL sin θ। ਉੱਪਰ ਵਾਲਾ ਪਾਰਟ ਮੇਰੇ ਕਿਸੇ ਕੰਮ ਦਾ ਨਹੀਂ ਆ ਰਿਹਾ, ਕਿਉਂਕਿ ਮੈਂ ਜਾਣਾ ਕਿੱਧਰ ਨੂੰ ਸੀ, ਇੱਧਰ ਨੂੰ ਜਾਣਾ ਸੀ। ਕਿੱਦਾਂ ਜਾਣਾ ਸੀ? ਇਸ ਵਾਲੇ ਪਾਥ ਰਾਹੀਂ। ਸੋ ਇਹਦਾ ਮਤਲਬ ਮੇਰੇ ਕੋ ਆ DL cos θ ਆਊਗਾ। ਸੋ cos θ ਆ ਗਿਆ ਤਾਂ ਮਤਲਬ ਫਿਰ ਕੀ ਹੋਇਆ ਕਿ ਡਾਟ ਪ੍ਰੋਡਕਟ ਲਾ ਕੇ ਚੱਲਣਾ ਪੈਣਾ। ਸੋ ਆਪਾਂ ਇੱਥੇ ਕੀ ਲਗਾਤਾ E ਡਾਟ DL। ਵਰਕ ਡਨ ਵੀ ਕੀ ਹੈ, ਇੱਕ ਤਾਂ ਸਕੇਲਰ ਕੁਆਂਟੀਟੀ ਹੈ, ਸੋ cos ਹੀ ਆਉਣਾ ਚਾਹੀਦਾ ਸੀ। ਤੇ ਕੰਮ ਵਿੱਚ ਵੀ ਕਿਹੜਾ ਆ ਰਿਹਾ, DL cos θ ਆ ਰਿਹਾ, ਨਾ ਕਿ DL sin θ, क्योंकि ये तो ऊपर लेके जा रहा है। ऊपर वाले पार्ट में मेरी मूवमेंट कोई नहीं, ये वाला ऊपर वाला पार्ट मेरा सिर्फ जो काम किया होगा उसनू यूटिलाइज नहीं करवा रहा, उसनू वेस्ट करवा रहा, क्योंकि मैं ऊपर नहीं जाना, मैं जाना इस पासे नू है, इधर नू जाना मैं। ते मैं काम करता पाया मैं ऐसी पोजीशन ही जाना, सीधा चल जाओ यार, सब तो बेस्ट है, क्योंकि पाथ डिपेंड करता ही नहीं। सो आप बेस्ट रस्ता देखना अपने लिए किहड़ा होगा, तां ही सेंट्रल फोर्सिस वाले केस दे विच सीधा सीधा आपस में डिस्टेंस लगता, ना कि इदां दा। सो मैं इस पॉइंट तो इदां जाना है अगर, सो आ DL ऐसा जा रहा है अगर, तो ये दो कंपोनेंट होंगे DL दे, एक आह वाला ते एक आह वाला। sin θ वाला ते मेरे को काम नहीं आ रहा, क्योंकि मैं मूव इधर नु करना, देयरफॉर मेरे इधरले पासे दा मूवमेंट काम आ रही है। सो मेरे कहना काम आ रहा है DL cos θ। गल समझ लगी ब्रेक किदां करनी चीज़ां नूं। सो E डॉट DL की बन गया बेटा जी, E DL नाल cos θ। वैसे भी ब्रेक करांगे आपां, सानू पता स्केलर क्वांटिटी है तो नाल cos θ ही आएगा। cos θ आ गया। हुण ये वैल्यू जिहड़ी है cos θ दी बेटा किन्ने तो किन्ने तक रहूगी, इत्थों मैं इधर नूं जा रहा वां, मैक्सिमम आएगी 0 तो लेके 90 तक, 0 तो लेके 90 तक। इदां है, ए पॉइंट तो चलिया, ए पॉइंट ते पहुंचना। सो इहदी वैल्यू आ जाएगी इत्थों इदां 0 तो लेके 90 दे विच रहेगी। सो 0 तो लेके आ 0 तो लेके 90 दे विच वैल्यू की होंदी है पॉजिटिव। सो इसदा मतलब इहदी वैल्यू कुछ ना कुछ पॉजिटिव ही आएगी। नैक्सट जो मैं B तो A वाले पास आवागा, इथों इधर आ रहा, तो उस केस में इलैक्ट्रिक फील्ड इधर है। ठीक है, तो DL कंपोनेंट जिस वाले पास मैं चल रहा, जी डिस्प्लेसमेंट है वो किधर है, इधर है। सो दोवां दे विचकार एंगल की रहूगा 90 तो लैके 180 के विच कोई। अगर तो सीधा इदा हो गया, वो इलैक्ट्रिक फील्ड इदा इदा हो गया 180 हो गया, बट वो की रह रहा थोड़ा बहुत इदा रह रहा। आ इलैक्ट्रिक फील्ड इधर जा रही, वो इदा DL जा रही है इदा। सो इसका मतलब 0 ते 90 तो लैके 180 के विच रहेगा। सो उस वाले केस में वैल्यू की रह रही है नैगेटिव। सो आ वैल्यू की आएगी 90 तो 180 के केस में नैगेटिव। सो टोटल की होगा, जिन्नी आ पॉजिटिव दूंगा उन्नी आ नैगेटिव देगा। सो साडे कोल टोटल वर्क डन की आएगा 0। इत्थों भी इसी समझ लग गई कि कंजरवेटिव नेचर होंगे ने किहड़े, जो अपने को इलैक्ट्रोस्टैटिक फोर्सिस ने, वो इनिशियल और लास्ट वाले पॉइंट के ऊपर डिपेंड करते, ना कि जिहड़ा इन बिटवीन उन्होंने पाथ फॉलो किया उसके ऊपर। ठीक है बेटा, गल समझ लगी जो आप पढ़िया। एक बार मैं देख लें, दो वीडियो सही चलती है, और लास्ट के ऊपर इस 5 मिनटों के इस पूरे चैप्टर को आप रिकैप्चुलेट करना है। ओके, और जो लास्ट में रिकैप्चुलेट कर लगे आप एक बार दोबारा सुन लो बेटा। लास्ट दे सिर्फ आप 5 मिनट लाने होने के ऊपर। पोटेंशियल की है, चार्ज ऑन अ बॉडी हायर टू लोअर वाले पास मूव करता है, अगर दोनों प्लेट्स सेम हो जाए पोटेंशियल 0 हो चुका है। सेकंड सी अपनी इलेक्ट्रोस्टैटिक पोटेंशियल एनर्जी। इलेक्ट्रोस्टैटिक पोटेंशियल एनर्जी मींस जेड़े वाले पासे नूं एक कोई चार्ज है साडे कोल, वो इलैक्ट्रिक फील्ड लगा रहा, आपां उस दे अगेंस्ट किसी चार्ज नूं लैके आउणा है, ते किदां लैके आउणा, विदाउट एक्सेलरेशन।
ਠੀਕ ਹੈ, ਤਾਂ ਕਿ ਉਹ ਜਦੋਂ ਮੈਂ ਉਹਨੂੰ ਲਾਗੇ ਲੈ ਕੇ ਆਵਾਂਗਾ ਤਾਂ ਉਹਦੇ ਵਿਚਕਾਰ ਕੀ ਜਨਰੇਟ ਹੁੰਦਾ ਜਾਵੇ, ਉਸ ਚਾਰਜ ਦੇ ਵਿੱਚ ਕੀ ਆਈ ਜਾਵੇ, ਪੋਟੈਂਸ਼ੀਅਲ એનર્ਜੀ। ਜਦ ਕਿ ਜਿਹੜਾ ਮੈਂ ਕੰਮ ਕਰਦਾ ਪਿਆ ਮੈਂ ਉਹ ਸਾਰਾ ਕੀ ਹੁੰਦਾ ਜਾਵੇ, ਪੋਟੈਂਸ਼ੀਅਲ એનર્ਜੀ ਦੇ ਵਿੱਚ ਸਟੋਰ ਹੁੰਦਾ ਜਾਵੇ ਕਿ ਮੈਂ ਇੰਨਾ ਕੰਮ ਕੀਤਾ ਤੇ ਇੰਨੇ ਅਮਾਉਂਟ ਦੇ ਵਿੱਚ ਪੋਟੈਂਸ਼ੀਅਲ એનર્ਜੀ ਆ ਗਈ। ਸੋ ਦੇਅਰਫੋਰ ਇੱਥੇ ਪੋਟੈਂਸ਼ੀਅਲ એનર્ਜੀ ਮੈਕਸਿਮਮ ਹੋ ਗਈ ਐਸ ਕੰਪੇਅਰ ਟੂ ਆਹ, ਕਿਉਂਕਿ ਇੱਥੋਂ ਮੈਂ ਇੱਧਰ ਮੂਵ ਕਰਕੇ ਲਿਆ ਰਿਹਾ। ਸੋ मैं जो सारा काम किया वो की हो जाएगा, फोर्स टू डिस्प्लेसमेंट एक्सटर्नल वर्क, एक्सटर्नल फोर्स के बराबर होगा माइनस ऑफ एक्सटर्नल इलेक्ट्रिक फील्ड। तो सारा वर्क डन पूरा हो जाएगा ए तो बी तक दा माइनस ऑफ इलेक्ट्रिक फील्ड नाल डी आर छोटा पार्ट सी, पूरे डी आर वास्ते कर लेना ਆਪਾਂ इंटीग्रेट, ए तो लेके बी तक जाना पूरे डी आर इंटीग्रेट करता डी आर। सो इतने डी आर पूरे वास्ते आ गया, तो साडे कोल की आ गई पोटेंशियल एनर्जी आ गई, वर्क डन आ गया, वर्क डन स्टोर होगा इन द फॉर्म ऑफ पोटेंशियल एनर्जी। ਤੇ ਜੇਕਰ ਉਹ a ਵਾਲਾ ਪੁਆਇੰਟ ਇਨਫਿਨਿਟੀ ਤੇ ਹੁੰਦਾ देयरफॉर ਉੱਥੇ ਇਨਫਿਨਿਟੀ ਦੇ ਉੱਪਰ ਕੀ ਹੋਣਾ ਸੀ, ਪੋਟੈਂਸ਼ੀਅਲ એનર્ਜੀ 0 ਹੋਣੀ ਸੀ ਤੇ b ਪੁਆਇੰਟ ਉੱਪਰ ਮੈਕਸਿਮਮ ਹੋਣੀ ਸੀ। ਸੋ देयरफॉर ਆਪਣੇ ਕੋਲ ਕੀ ਆ ਜਾਣਾ ਸੀ, ਕੱਲਾ ਡੈਲਟਾ u ਕੀ ਆ ਜਾਣਾ ਸੀ, up। ਸੇਮ ਚੀਜ਼ ਆ ਹੋਗੀ। ਨੈਕਸਟ ਹੈ ਆਪਣੇ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸਿਸ। ਪਤਾ ਇੱਥੇ ਪੋਟੈਂਸ਼ੀਅਲ ਜ਼ਿਆਦਾ ਹੋ ਜਾਊਗਾ ਐਸ ਕੰਪੇਅਰ ਟੂ ਆਹ, ਕਿਉਂਕਿ ਪੋਟੈਂਸ਼ੀਅਲ એનર્ਜੀ ਇਨਕਰੀਜ਼ ਹੁੰਦੀ ਹੈ, ਜਿੱਥੇ ਪੋਟੈਂਸ਼ੀਅਲ એનર્ਜੀ ਇਨਕਰੀਜ਼ ਹੈ ਦਾ ਮਤਲਬ ਉੱਥੇ ਵੈਲਿਊ ਮੈਕਸਿਮਮ ਐਸ ਕੰਪੇਅਰ ਟੂ ਦੂਸਰੀ ਦੀ ਵੈਲਿਊ। ਜਿਵੇਂ ਆ ਫੇਰ ਉਹੀ ਗੱਲ ਇੱਥੋਂ ਮੈਂ ਕਰਾਂਗਾ, ਅਗਰ मैं किसी बॉडी ਨੂੰ ਜਿਹੜਾ ਅਰਥ ਦੇ ਉੱਪਰ ਪਈ ਹੋਈ ਹੈ ਇੱਥੇ ਰੱਖਾਂਗਾ, ਇੱਥੇ ਪੋਟੈਂਸ਼ੀਅਲ ਇੱਥੇ ਰੱਖਾਂਗਾ, ਇੱਥੇ ਪੋਟੈਂਸ਼ੀਅਲ ਮੈਕਸਿਮਮ ਹੋ ਗਿਆ, ਪਰ ਇਹ ਅਟਰੈਕਟਿਵ ਨੇਚਰ ਦੀ ਹੈ देयरफॉर ਇਹਨੇ ਆਪਣੇ ਵਾਲੇ ਪਾਸੇ ਨੂੰ ਖਿੱਚਣਾ। ਇੱਥੇ ਰਿਪਲਸਿਵ ਨੇਚਰ ਦਾ ਸੀ, ਇਹਦਾ ਮਤਲਬ ਜਿਹੜਾ ਲਾਗੇ ਹੋਊਗਾ ਤਾਂ ਪੋਟੈਂਸ਼ੀਅਲ ਜ਼ਿਆਦਾ ਐਸ ਕੰਪੇਅਰ ਟੂ ਇਸ ਦੇ ਪੋਟੈਂਸ਼ੀਅਲ ਦੇ। ਠੀਕ ਹੈ ਨਾ, ਕਿ ਮੂਵਮੈਂਟ ਕਿੱਥੋਂ ਆ ਕੇ ਆ ਰਿਹਾ। ਫਿਰ ਦੁਬਾਰਾ ਸੁਣੋ, ਅਰਥ ਹੈ ਅਰਥ ਦੇ ਪੋਟੈਂਸ਼ੀਅਲ ਜ਼ੀਰੋ ਕਿੱਥੇ ਹੋਊਗਾ ਅਗਰ ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਰਹਿੰਦੇ ਆਪਾਂ। ਪੋਟੈਂਸ਼ੀਅਲ ਜ਼ੀਰੋ ਕਿੱਥੇ ਹੋਗਾ, ਜਿੱਥੇ ਹਾਈਟ ਜ਼ੀਰੋ ਮੀਨਸ ਇੱਥੇ ਜ਼ੀਰੋ ਆ। ਜਿਵੇਂ ਮੈਂ ਦੂਰ ਕਰਦਾ ਜਾਵਾਂਗਾ ਪੋਟੈਂਸ਼ੀਅਲ ਇਨਕਰੀਜ਼ ਹੁੰਦਾ ਜਾ ਰਿਹਾ ਹੈ। ਠੀਕ ਹੈ, ਜਦੋਂ ਆ ਚਾਰਜ ਵਾਲਾ ਕੇਸ ਆ ਪੋਜ਼ਿਟਿਵ ਨੇਚਰ ਸੀ ਤੇ ਪੋਟੈਂਸ਼ੀਅਲ ਜ਼ੀਰੋ ਕਿੱਥੇ ਹੋਏਗਾ, ਇਨਫਿਨਿਟੀ ਦੇ ਉੱਪਰ। ਠੀਕ ਹੈ, ਸੋ ਜਿਵੇਂ ਮੈਂ ਅੱਗੇ ਆਈ ਜਾਵਾਂਗਾ ਪੋਟੈਂਸ਼ੀਅਲ ਕੀ ਹੋ ਜਾਣਾ, ਇਨਕਰੀਜ਼। ਸਮਝ ਲੱਗੀ ਦੋਵਾਂ ਚੀਜ਼ਾਂ ਦੀ। ਸੋ ਇੱਥੇ ਕੀ ਹੋ ਗਿਆ, ਚਾਰਜ ਦੀ ਵੈਲਿਊ 1 ਲਿਖ ਦਿੰਦੇ ਆਪਾਂ, ਯੂਨਿਟ ਚਾਰਜ ਹੋ ਗਿਆ। ਸੋ ਚੇਂਜ ਇਨ ਪੋਟੈਂਸ਼ੀਅਲ ਕੀ ਆਏਗਾ, ਸਾਡੇ ਕੋਲ ਟੋਟਲ ਅਮਾਉਂਟ ਆਫ ਵਰਕ ਡਨ ਅਸੀਂ ਕਿੰਨਾ ਕੀਤਾ। ਅਗਰ ਸਾਡੇ ਕੋਲ ਇਸ ਵਾਲਾ ਪੁਆਇੰਟ ਇਹ ਵਾਲਾ ਪੁਆਇੰਟ ਇਨਫਿਨਿਟੀ ਤੇ ਹੁੰਦਾ ਤਾਂ ਮਤਲਬ ਉੱਥੇ ਕੀ ਹੋਣਾ ਸੀ, ਉੱਥੇ ਪੋਟੈਂਸ਼ੀਅਲ 0 ਹੋਣਾ ਸੀ। ਸੋ ਟੋਟਲ ਸਾਡੇ ਕੋਲ ਵਰਕ ਡਨ ਕਿੰਨਾ ਆਣਾ ਸੀ, ਜਿੰਨਾ ਇੱਥੋਂ ਲੈ ਕੇ ਇੱਥੇ ਤੱਕ ਮੈਂ ਲਿਆਂਦਾ ਉਹ ਕੀ ਹੋਣਾ ਸੀ, VB। ਓਕੇ, ਨੈਕਸਟ ਹੀ ਆਪਣੇ ਕੋਲ ਕੰਜ਼ਰਵੇਟਿਵ ਮੀਨਸ ਇਨੀਸ਼ੀਅਲ ਔਰ ਫਾਈਨਲ ਪੁਆਇੰਟਸ ਦੇ ਉੱਪਰ ਡਿਪੈਂਡ ਕਰਦਾ, ਰਸਤੇ ਉੱਪਰ ਫੋਲੋ ਨਹੀਂ ਕਰਦਾ, ਰਸਤੇ ਡਿਪੈਂਡ ਨਹੀਂ ਕਰਦਾ। ਸੋ ਆਪਾਂ ਇਧਰਲੇ ਪਾਸੇ ਨੂੰ ਗਿਆ, ਸੋ ਫਾਈਨਲ ਮਾਈਨਸ ਇਨੀਸ਼ੀਅਲ ਵਾਪਸ ਆਇਆ, ਫਾਈਨਲ ਮਾਈਨਸ ਇਨੀਸ਼ੀਅਲ ਮਾਈਨਸ ਕੀਤਾ, ਟੋਟਲ ਵਰਕ ਡਨ 0 ਆ ਗਿਆ। ਤਾਂ ਮਤਲਬ ਰਸਤੇ ਦੇ ਉੱਪਰ ਫੋਲੋ ਨਹੀਂ ਕਰਦਾ, ਰਸਤੇ ਡਿਪੈਂਡ ਨਹੀਂ ਕਰਦਾ। ਸੇਮ ਉਸੇ ਤਰੀਕੇ ਦੇ ਨਾਲ ਸੀ, ਫੋਰਸ ਹੁੰਦਾ ਚਾਰਜ ਇਨਟੂ E। ਠੀਕ ਹੈ, ਚਾਰਜ ਦੀ ਵੈਲਿਊ 1 ਹੈ। ਠੀਕ ਹੈ, ਯੂਨਿਟ ਪੋਜ਼ਿਟਿਵ ਚਾਰਜ ਸੀ। ਸੋ ਵਰਕ ਡਨ ਕੀ ਹੋ ਗਿਆ, ਇਲੈਕਟ੍ਰਿਕ ਫੀਲਡ ਨੂੰ ਡਿਸਪਲੇਸਮੈਂਟ ਕੀ ਹੈ, ਛੋਟਾ ਪਾਰਟਸ ਉਹ dl ਲੈ ਲਿਆ ਆਪਾਂ। ਦੋਵਾਂ ਦੇ ਵਿਚਕਾਰ ਦਾ ਐਂਗਲ ਕਿੰਨਾ, ਥੀਟਾ। ਇੱਥੋਂ ਇਧਰਲੇ ਪਾਸੇ ਨੂੰ ਜਾਣ ਲੱਗਿਆ ਥੀਟਾ 0 ਤੋਂ ਲੈ ਕੇ 90 ਚ ਰਹਿਣਾ, ਉਹ ਪੋਜ਼ਿਟਿਵ ਰਹੂਗਾ ਹਮੇਸ਼ਾ। ਔਰ ਵਾਪਸ ਆਉਂਦਿਆ ਸਰ ਕਿੰਨਾ ਹੋਊਗਾ, 90 ਤੋਂ ਲੈ ਕੇ 180 ਤੱਕ ਦਾ ਉਹ ਨੈਗੇਟਿਵ ਰਹੇਗਾ। ਸੋ ਪੋਜ਼ਿਟਿਵ ਜਿਹੜਾ ਪੋਜ਼ਿਟਿਵ ਇਸ ਪਾਰਟ ਦੇ ਵਿੱਚ ਪੋਜ਼ਿਟਿਵ ਆਉਂਦਾ ਰਹੂਗਾ, ਉਹਨਾਂ ਨਾਲ ਨੈਗੇਟਿਵ ਇੱਥੋਂ ਆਈ ਜਾਣਾ। ਸੋ ਟੋਟਲ ਵਰਕ ਡਨ ਕੀ ਹੋ ਜਾਣਾ, 0। ਇਹਦਾ ਮਤਲਬ ਬੋਡੀ ਮੂਵ ਕਰਕੇ ਉਸੇ ਪੁਆਇੰਟ ਤੇ ਵਾਪਸ ਪਹੁੰਚ ਗਈ ਹੈ, ਟੋਟਲ ਵਰਕ ਡਨ 0 ਹੋ ਗਿਆ। ਸੋ ਫਾਈਨਲ ਔਰ ਇਨੀਸ਼ੀਅਲ ਪੁਆਇੰਟਸ ਦੇ ਉੱਪਰ ਡਿਪੈਂਡ ਕਰਦਾ ਹੈ, ਨਾ ਕਿ ਪਾਥ ਦੇ ਉੱਪਰ। ਉਮੀਦ ਹੈ ਜੀ ਤੁਹਾਨੂੰ ਸਾਡਾ ਅੱਜ ਦਾ ਲੈਕਚਰ ਪਸੰਦ ਆਇਆ ਹੋਊਗਾ। ਪਸੰਦ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਨੂੰ ਜ਼ਰੂਰ ਦਬਾਉਣਾ। ਤੁਹਾਡੇ ਨਾਲ ਅਸੀਂ ਹਾਂ, ਪੜ੍ਹਦੇ ਰਹੋ। ਲਾਕਡਾਊਨ ਚੱਲਦਾ ਪਿਆ ਔਰ ਮਿਹਨਤ ਕਰੋ ਬੇਟਾ, ਬੋਰਡ ਦੀ ਕਲਾਸ ਆ। ਜਿੰਨਾ ਹੋ ਸਕੇ ਜਿੰਨਾ ਪੜੋਗੇ ਉਨਾ ਚੰਗਾ ਹੈ, ਔਰ ਜਿੰਨੇ ਦਿਨ ਮੈਡੀਕਲਸ ਕਰਾਂਗੇ ਉਨੇ ਵਧੀਆ ਹੈ। ਆਪਾਂ ਹੁਣੇ ਇਸ ਟੌਪਿਕ ਤੋਂ ਬਾਅਦ 2-3 ਘੰਟਿਆਂ ਬਾਅਦ ਨੈਕਸਟ ਸ਼ੂਟ ਹੋਏਗਾ ਔਰ ਉਸ ਦੀ ਵੀਡੀਓ ਤੁਹਾਨੂੰ ਕੱਲ ਤੱਕ ਮਿਲ ਜਾਏਗੀ। ਠੀਕ ਹੈ ਜੀ, ਉਨੀ ਦੇਰ ਤੱਕ ਬਾਏ ਬਾਏ, ਟੇਕ ਕੇਅਰ, ਆਪਣਾ ਖਿਆਲ ਰੱਖੋ, ਘਰ ਦੇ ਅੰਦਰ ਬੈਠੇ ਰਹੋ।